ਮਨੀਪੁਰ ਦੇ ਵਿੱਚ ਹਾਲੇ ਅੱਗ ਠੰਡੀ ਨਹੀਂ ਹੋਈ, ਪਰ ਇਧਰ ਹਰਿਆਣੇ ਵਾਲੇ ਪਾਸੇ ਫਿਰ ਇੱਕ ਹਿੰਸਾ ਹੋਈ ਹੈ। ਅੱਜ ਤੀਜਾ ਦਿਨ ਇਹ ਘਟਨਾਵਾਂ ਉੱਥੇ ਹੀ ਕਿਉਂ ਹੋ ਰਹੀਆਂ ਜਿੱਥੇ ਡਬਲ ਦੀ ਸਰਕਾਰ ਹੈ। ਇੰਟੈਲੀਜੈਂਸ ਕਹਿ ਰਹੀ ਹੈ ਕਿ ਅਸੀਂ ਰਿਪੋਰਟਾਂ ਦਿੱਤੀਆਂ ਨੇ, ਹੋਮ ਮਿਨਿਸਟਰ ਡਿਨਾਈ ਕਰ ਰਿਹਾ ਕਿ ਸਾਡੇ ਕੋਲ ਕੋਈ ਰਿਪੋਰਟ ਨਹੀਂ ਹੈ। ਪਰ ਤਾਂ ਇੱਥੇ ਕਨਫਿਊਜ਼ਨ ਇਹਨੂੰ ਕਲੀਅਰ ਕਰਨ ਦੀ ਜ਼ਰੂਰਤ ਹੈ ਕਿ ਸਰਕਾਰ ਜਾਣਬੁੱਝ ਕੇ ਇਹਨੂੰ ਰੋਲ ਗੋਲ ਕਰ ਰਹੀ ਹੈ। ਇੱਕ ਦਿਨ ਚੀਫ ਮਿਨਿਸਟਰ ਸਾਹਿਬ ਦਾ ਬਿਆਨ ਆ ਰਿਹਾ ਸੀ ਕਿ ਅਸੀਂ ਉੱਥੇ ਸਭ ਨੂੰ ਸੁਰੱਖਿਆ ਦੇਵਾਂਗੇ। ਹੁਣ ਕਿਹਾ ਹੈ ਉਹਨਾਂ ਇੱਕ ਕਹਿ ਦਿੱਤਾ ਹੈ ਕਿ ਪੁਲਿਸ ਸਭ ਨੂੰ ਸੁਰੱਖਿਆ ਪ੍ਰੋਵਾਈਡ ਨਹੀਂ ਕਰ ਸਕਦੀ। ਜਦੋਂ ਇਹ ਤਸਵੀਰਾਂ ਦੇਖ ਰਹੇ ਸੀ ਤੇ ਬਿਲਕੁਲ ਪ੍ਰਸ਼ਾਸਨ ਬੇਅਸਰ ਲੱਗ ਰਿਹਾ ਸੀ। ਖੁੱਲ੍ਹੇਆਮ ਗੁੰਡਾਗਰਦੀ ਹੁੰਦੀ ਹੈ, ਖੁੱਲ੍ਹੇਆਮ ਆਗਜਨੀਆਂ ਹੁੰਦੀਆਂ ਨੇ, ਸੜਕਾਂ ਤੇ ਪੱਥਰ ਸਭ ਕੁਝ ਚੱਲਦਾ ਹੈ। ਇਹਨਾਂ ਘਟਨਾਵਾਂ ਨੂੰ ਜੋੜ ਕੇ ਦੇਖੋਗੇ ਕਿ ਲੱਗਦਾ ਹੈ ਕਿ ਜਿਵੇਂ ਜਿਵੇਂ ਇਲੈਕਸ਼ਨ ਨਜ਼ਦੀਕ ਆ ਰਿਹਾ ਇਹਨੂੰ ਪੂਰੇ ਦੇਸ਼ ਵਿੱਚ ਜਿਵੇਂ ਪੁਲਵਾਮਾ ਕਰਵਾਇਆ ਗਿਆ, ਇਸੇ ਤਰੀਕੇ ਨਾਲ ਇਹਨੂੰ ਦੁਬਾਰਾ ਉਸ ਇਲੈਕਸ਼ਨਾਂ ਤੱਕ ਲੈ ਕੇ ਜਾਣ ਦੀ ਕੋਸ਼ਿਸ਼ ਰੂਲਿੰਗ ਪਾਰਟੀ ਕਰ ਰਹੀ ਹੈ, ਜੋ ਮੈਂ ਸਮਝਦਾ ਨਹੀਂ। ਪਰ ਹਰਪਾਲ ਜੀ, ਇਸ 'ਚ ਫਾਇਦਾ ਕੀ ਹੋਊਗਾ? ਔਰ ਉੱਥੇ ਇੱਕ ਮੰਦਿਰ ਹੈ, ਬਹੁਤ ਪੁਰਾਣਾ ਮੰਦਿਰ ਜੀ, ਜੋ ਤੀਰਥ ਅਭਿਸ਼ੇਕ ਹੁੰਦਾ ਹੈ। ਪਰ ਮੇਰੇ ਆਪਣੇ ਟੋਹਾਣੇ ਦੇ ਕੋਈ ਲੋਕ ਸਸਤਾ ਲੈ ਗਏ ਕਿ ਨਵਾਂ ਤੀਰਥ ਸਥਾਨ ਤੋਂ ਦੇਖਣ ਗਿਆ, ਸਾਨੂੰ ਨਹੀਂ ਪਤਾ ਉੱਥੇ ਕੀ ਹੋਣਾ ਹੈ। ਸਾਨੂੰ ਕੋਈ ਇੱਥੇ ਇਹ ਦੱਸ ਕੇ ਨਹੀਂ ਗਿਆ ਆਹ ਕੰਮ ਕਰਨਾ ਹੈ। ਇੱਕ ਵੱਡੇ ਹਿੱਸੇ ਨੂੰ ਉੱਥੇ ਜਾ ਕੇ ਜਿਵੇਂ ਕੋਸ਼ਿਸ਼ ਕੀਤੀ ਗਈ ਹੋਵੇ ਕਿ ਰਾਈਟਸ ਵਿੱਚ ਇਹ ਬੰਦੇ ਮਰਨਗੇ ਤੇ ਤਾਂ ਕਿ ਸਾਰੇ ਹਰਿਆਣੇ 'ਚ ਇਹਨੂੰ ਫੈਲਾਏ। ਤੁਹਾਨੂੰ ਲੱਗਦਾ ਬੜਾ ਮੰਦਭਾਗਾ ਬਿਆਨ ਹੈ ਇੱਕ ਸੀਐਮ ਦਾ, ਇਸ ਤਰੀਕੇ ਦਾ, ਮੁੱਖ ਮੰਤਰੀ ਦੇ ਇਸ ਤਰੀਕੇ ਦਾ ਬਿਆਨ ਹੋਣਾ ਕਿ ਪੁਲਿਸ ਨਾ ਸਾਰੇ ਹਰੇਕ ਵਿਅਕਤੀ ਦੀ ਸੁਰੱਖਿਆ ਨਹੀਂ ਕਰ ਸਕਦੀ, ਨਾ ਸਰਕਾਰ ਕਰ ਸਕਦੀ ਹੈ, ਨਾ ਕੋਈ ਆਰਮੀ ਵਾਲਾ ਕਰ ਸਕਦਾ। ਕਿ ਜਦੋਂ ਇਨਫੋਰਮੇਸ਼ਨ ਸੀ ਉਸੇ ਦਿਨ ਐਸਪੀ ਸਾਹਿਬ ਛੁੱਟੀ ਚਲੇ ਜਾਂਦੇ ਔਰ ਉਹਦੀ ਛੁੱਟੀ ਨੂੰ ਸਰਕਾਰ ਮਨਜ਼ੂਰ ਕਰਦੀ, ਜਦਕਿ ਸਰਕਾਰ ਕੋਲ ਇਨਫੋਰਮੇਸ਼ਨ ਹੈ ਔਰ ਐਮਰਜੈਂਸੀ ਵਿੱਚ ਜਿਹੜੀਆਂ ਵੱਡੇ ਆਫੀਸਰ ਹੁੰਦੇ ਨੇ ਛੁੱਟੀਆਂ ਕੈਂਸਲ ਹੁੰਦੀਆਂ ਨੇ, ਉੱਥੇ ਬਕਾਇਦਾ ਛੁੱਟੀ ਦਿੱਤੀ ਗਈ। ਅਗਰ ਸਟੇਟ ਇਸ ਨੂੰ ਡਿਨਾਈ ਕਰ ਰਹੀ, ਤੁਹਾਨੂੰ ਪਤਾ ਕਿ ਕਤਲ ਦੇ ਕੇਸ ਵਿੱਚ ਸਟੇਟ ਵਰਸਜ ਹੁੰਦਾ ਹੈ। ਕਦੇ ਵੀ ਜਿਹੜਾ ਮਰਿਆ ਹੁੰਦਾ ਹੈ ਉਹਦਾ ਮੁਦਈ ਜਿਹੜੇ ਹੁੰਦੇ ਨੇ ਉਹ ਨਹੀਂ ਲੜਦੇ, ਸਟੇਟ ਲੜਦੀ ਹੈ, ਕਿਉਂਕਿ ਹਰ ਆਦਮੀ ਦੀ ਜੀਵਨ ਦੀ ਰੱਖਿਆ ਦੀ ਗਰੰਟੀ ਸਰਕਾਰ ਦਿੰਦੀ ਹੈ। ਔਰ ਇੱਥੇ ਸਰਕਾਰ ਕਹਿ ਰਹੀ ਕਿ ਅਸੀਂ ਨਹੀਂ ਦੇ ਸਕਦੇ। ਇਹਦਾ ਮਤਲਬ ਹੈ ਕਿ ਸਰਕਾਰ ਇਹਨੂੰ ਹੋਰ ਅੱਗੇ ਪ੍ਰੋਤਸਾਹਿਤ ਕਰ ਰਹੀ ਹੈ ਗੁੰਡਿਆਂ ਨੂੰ। ਜੇ ਮੰਨ ਲਓ ਇੱਥੇ ਤੁਸੀਂ ਇਹ ਕਹਿੰਦੇ ਆ ਕਿ ਆਪਾਂ ਕਿ ਸਰਕਾਰ ਜ਼ਿੰਮੇਵਾਰ ਹੈ ਜਾਂ ਸਰਕਾਰ ਦੇ ਸ਼ਹਿ ਤੇ ਸਭ ਚੀਜ਼ਾਂ ਹੋਈਆਂ, ਅੱਜ ਅਗਰ ਦੇਖਿਆ ਜਾਵੇ ਤਾਂ ਸਰਕਾਰ ਸਗੋਂ ਸਵਾਲਾਂ ਦੇ ਘੇਰੇ 'ਚ ਖੜੀ ਹੈ। ਅੱਜ ਜੇ ਆਪਾਂ ਵੀ ਗੱਲ ਕਰ ਰਹੇ ਆਪਾਂ ਸਰਕਾਰ ਦੀ ਨਾਕਾਮੀ ਕਹਿ ਰਹੇ ਆ, ਉੱਥੇ ਕੋਈ ਉਹਦੀ ਪਿੱਠ ਨਹੀਂ ਥਪਥਪਾ ਰਹੇ। ਇੱਥੇ ਤੁਹਾਨੂੰ ਕੀ ਲੱਗਦਾ ਹੈ ਵੀ ਇਸ ਨਾਲ ਸਰਕਾਰ ਨੂੰ ਕਿਹੜਾ ਵੋਟ ਬੈਂਕ ਮਿਲਣਾ ਸੀਗਾ? ਸਰਕਾਰ ਮੈਂ ਦੱਸਿਆ ਕਿ ਸਰਕਾਰ ਕੋਲ ਕੋਈ ਵੀ ਆਪਣਾ ਜਿਹੜਾ ਅਗਲੇ ਇਲੈਕਸ਼ਨ ਜਾਣ ਤੋਂ ਪਹਿਲਾਂ ਕੋਈ ਇਹੋ ਜਿਹਾ ਨਹੀਂ ਹੈ ਜਿੱਥੇ ਲੱਖਾਂ ਕਰੋੜਾਂ ਦੇ ਘੁਟਾਲੇ ਹੋਣ, ਜਿੱਥੇ ਪੂਰੀ ਮੰਡੀਆਂ 'ਚ ਐਮਐਲਏ ਵਿਕੇ ਹੋਣ, ਸਰਕਾਰਾਂ ਬਦਲੀ ਗਈਆਂ ਹੋਣ। ਤੁਸੀਂ ਕੀ ਕਹਿ ਵੋਟ ਮੰਗੋਗੇ ਅੱਜ? ਸਤਿ ਸ਼੍ਰੀ ਅਕਾਲ, ਮੈਂ ਹਾਂ ਸੁਰਿੰਦਰ ਸਿੰਘ ਤੇ ਤੁਸੀਂ ਵੇਖ ਰਹੇ ਹੋ ਨਜ਼ਰੀਆ ਬਿਉਂਡ ਦਾ ਵੇ। ਜੀ ਹਾਂ, ਮਨੀਪੁਰ ਦੇ ਵਿੱਚ ਹਾਲੇ ਅੱਗ ਠੰਡੀ ਨਹੀਂ ਹੋਈ, ਪਰ ਇਧਰ ਹਰਿਆਣੇ ਵਾਲੇ ਪਾਸੇ ਫਿਰ ਇੱਕ ਹਿੰਸਾ ਹੁੰਦੀ ਹੈ। ਅੱਜ ਤੀਜਾ ਦਿਨ ਨੂੰਹ ਦੇ ਵਿੱਚ ਹਿੰਸਾ ਸ਼ੁਰੂ ਹੁੰਦੀ ਹੈ, ਪਰ ਅਸਰ ਹੁੰਦਾ ਹੌਲੀ ਹੌਲੀ 4 ਜ਼ਿਲ੍ਹਿਆਂ 'ਚ ਹੋ ਜਾਂਦਾ। ਗੁੜਗਾਵਾਂ ਦੀ ਗੱਲ ਕਰੀਏ, ਫਰੀਦਾਬਾਦ ਦੀ ਗੱਲ ਕਰੀਏ, ਨੂੰਹ ਦੀ ਗੱਲ ਕਰੀਏ, ਤੇ ਇੱਥੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਇਸ ਟਾਈਮ ਸਗੋਂ ਕਰਫਿਊ ਵੀ ਲਾ ਦਿੱਤਾ ਜਾਂਦਾ। ਅੱਜ 7 ਮਰਨ ਵਾਲਿਆਂ ਦੀ ਜਿਹੜੀ ਗਿਣਤੀ ਹੈ ਉਹ 7 ਪਹੁੰਚ ਜਾਂਦੀ ਹੈ। 20 ਪੈਰਾਮਿਲਟਰੀ ਕੰਪਨੀਆਂ ਵੀ ਬਣਾਈਆਂ ਜਾਂਦੀਆਂ ਨੇ ਉੱਥੇ, ਤੇ 4 ਅੱਜ ਹੋਰ ਬਣਾ ਲਈਆਂ। ਯਾਨੀ ਕਿ ਸਥਿਤੀ, ਸਰਕਾਰ ਕਹਿ ਰਹੀ ਹੈ ਸਥਿਤੀ ਹਾਲੇ ਕੰਟਰੋਲ 'ਚ ਹੈ, ਪਰ ਹਾਲਾਤ ਲੱਗਦੇ ਨਹੀਂ। ਇਸੇ ਦੇ ਚਰਚਾ ਕਰਾਂਗੇ ਕਿ ਇਹ ਸਾਰਾ ਘਟਨਾਕ੍ਰਮ ਹੋਇਆ ਕਿਵੇਂ, ਤੇ ਖਾਸ ਕਰ ਜਿੱਥੇ ਡਬਲ ਇੰਜਨ ਸਰਕਾਰ ਹੋਵੇ। ਕੀ ਵਾਕਈ ਹਰਿਆਣਾ ਦੀ ਸਰਕਾਰ ਇਸ ਹਿੰਸਾ ਨੂੰ ਰੋਕ ਸਕਦੀ ਸੀ? ਕਿਉਂਕਿ ਇੰਟੈਲੀਜੈਂਟ ਇਨਪੁਟ ਵੀ ਦੱਸੇ ਜਾ ਰਹੇ ਕਿ ਇੰਟੈਲੀਜੈਂਟ ਇਨਪੁਟ ਵੀ ਸੀ, ਤਾਂ ਫਿਰ ਇਹ ਕੋਤਾਹੀ ਵਰਤੀ ਕਿੱਥੇ ਹੋਈ ਹੈ? ਇਸੇ ਤੇ ਚਰਚਾ ਕਰਨ ਲਈ ਮੇਰੇ ਨਾਲ ਹਰਿਆਣੇ ਤੋਂ ਹੀ ਵਿਸ਼ਲੇਸ਼ਕ ਨੇ, ਸਾਡੇ ਚੰਗੀ ਪਕੜ ਰੱਖਦੇ ਨੇ ਹਰਿਆਣਾ ਦੀ ਪੋਲਿਟਿਕਸ ਤੇ ਵੀ, ਹਰਪਾਲ ਸਿੰਘ ਜੀ। ਆਓ ਉਹਨਾਂ ਦਾ ਸਵਾਗਤ ਕਰ ਲੈਂਦੇ। ਸਤਿ ਸ਼੍ਰੀ ਅਕਾਲ ਹਰਪਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਮੇਰੇ ਸਰੋਤੇ, ਮੈਨੂੰ ਸੁਣਨ ਵਾਲਿਆਂ ਨੂੰ ਬਹੁਤ ਬਹੁਤ ਮੇਰੇ ਵੱਲੋਂ ਆਦਾਬ। ਸਤਿ ਸ਼੍ਰੀ ਅਕਾਲ ਹਰਪਾਲ ਜੀ। ਹਾਲੇ ਇਸ ਤੋਂ ਪਹਿਲਾਂ ਅਸੀਂ ਨਾ ਮਨੀਪੁਰ ਦੀਆਂ ਚਰਚਾਵਾਂ ਹੋ ਰਹੀਆਂ ਸੀ, ਜਿਸ ਤਰੀਕੇ ਨਾਲ ਉੱਥੇ ਘਟਨਾਕ੍ਰਮ ਚੱਲਦਾ ਹੈ, ਉਦੋਂ ਵੀ ਲੋਕ ਇਹ ਕਹਿ ਰਹੇ ਸੀ, ਆਮ ਇਹ ਕਹਿੰਦੇ ਸੀ ਵੀ ਡਬਲ ਇੰਜਨ ਸਰਕਾਰ ਉੱਥੇ ਹੈ। ਘਟਨਾ ਹਰਿਆਣਾ 'ਚ ਵੀ ਲਗਭਗ ਉਹੋ ਜਿਹੀ ਵਾਪਰ ਜਾਂਦੀ ਹੈ, ਤੇ ਹੁਣ ਇੱਥੇ ਵੀ ਡਬਲ ਇੰਜਨ ਸਰਕਾਰ ਹੈ। ਕਿਵੇਂ ਦੇਖਦੇ ਹੋ ਕਿ
ਆ ਜਿਹੜੀ ਘਟਨਾ ਘਟੀ ਹੈ, ਦੋ ਸਮੁਦਾਇ ਆਪਸ 'ਚ ਜਿਸ ਤਰੀਕੇ ਨਾਲ ਭਿੜ ਰਹੇ ਨੇ, ਹਾਲਾਂਕਿ ਸ਼ੰਕਾ ਕਿਉਂਕਿ ਸ਼ੁੱਕਰਵਾਰ ਕਿਉਂਕਿ ਜੁੰਮੇ ਦੀ ਨਮਾਜ਼ ਹੋਣੀ ਹੈ, ਉਹਨੂੰ ਲੈ ਕੇ ਹਾਲੇ ਵੀ ਅਲਰਟ ਜਾਰੀ ਹੈਗੇ ਨੇ। ਕਿਵੇਂ ਦੇਖਦੇ ਹੋ ਇਸ ਜੋ ਸਾਰੀ ਘਟਨਾ ਘਟੀ ਹੈ, ਆਖਰ ਜ਼ਿੰਮੇਵਾਰ ਕੌਣ ਹੈ? ਇਹਦੇ ਦੋ ਪੱਖਾਂ ਤੋਂ ਸਾਨੂੰ ਸਮਝਣ ਦੀ ਜ਼ਰੂਰਤ ਹੈ। ਇੱਕ ਤਾਂ ਤੁਸੀਂ ਕਿਹਾ ਡਬਲ ਇੰਜਨ ਦੀ ਸਰਕਾਰ, ਇਹ ਘਟਨਾਵਾਂ ਉੱਥੇ ਹੀ ਕਿਉਂ ਹੋ ਰਹੀਆਂ ਜਿੱਥੇ ਡਬਲ ਦੀ ਸਰਕਾਰ ਹੈ, ਇੱਕ ਤੇ ਇਹਨੂੰ ਸੋਚ ਹੈ। ਦੂਜੀ ਹੈ ਕਿ ਜਿਹੜੇ ਏਰੀਆ 'ਚ ਹਰਿਆਣਾ 'ਚ, ਕਿਉਂਕਿ ਹਰਿਆਣਾ ਦੀ ਟ੍ਰੈਡੀਸ਼ਨ ਨਹੀਂ ਰਹੀ, ਔਰ ਖਾਸ ਕਰਕੇ ਜਿਹੜੇ ਏਰੀਆ 'ਚ ਇਹ ਹੁਣ ਘਟਨਾਵਾਂ ਹੋਈਆਂ ਨੇ, ਇਸ ਏਰੀਆ ਦੀ ਹਿਸਟਰੀ ਨੂੰ ਬਹੁਤ ਘੱਟ ਲੋਕ ਜਾਣਦੇ ਨੇ ਔਰ ਨਵੀਂ ਪੀੜ੍ਹੀ ਬਿਲਕੁਲ ਵੀ ਨਹੀਂ ਜਾਣਦੀ। ਇਹ ਮੇਵਾਤ ਦਾ ਇਲਾਕਾ ਬੋਲਿਆ ਜਾਂਦਾ, ਜਿਹਦਾ ਕਾਫੀ ਵੱਡਾ ਹਿੱਸਾ ਰਾਜਸਥਾਨ 'ਚ, ਕੁਝ ਹਿੱਸਾ ਹਰਿਆਣੇ 'ਚ ਹੈ, ਔਰ ਇਹਦਾ ਬਹੁਤ ਹਿਸਟੋਰੀਕਲ ਰੋਲ ਹੈ ਹਿੰਦੁਸਤਾਨ ਦੀ ਆਜ਼ਾਦੀ ਦੀ ਲੜਾਈ 'ਚ। 1857 ਦੇ ਗਦਰ ਦੇ ਇੱਥੇ ਇਹ ਜਿਹੜਾ ਹੈ ਬਹੁਤ ਵੱਡਾ ਸੈਂਟਰ ਹੈ ਸਾਡਾ ਹਿੰਦੁਸਤਾਨ ਦਾ, ਹਰਿਆਣੇ ਦੇ। ਇਹ ਜ਼ਮੀਨ ਜਿਹੜੀ ਰਹੀ ਹੈ, ਇਹ ਹੋਇਆ ਹੀਰ ਵਾਲੇ ਦੇ ਨਾਲ ਲੱਗਦਾ ਹੈ। ਹਸਨ ਖਾਨ ਮੇਵਾਤੀ ਬਹੁਤ ਵੱਡੇ ਸਾਡੇ ਫਰੀडम ਫਾਈਟਰ ਨੇ 58 ਦੇ। ਫਿਰ ਉਹਦੇ ਨਾਲ ਲੱਗਦਾ ਹੀ ਹੀਰਵਾਲ ਦਾ, ਰਾਉਤੁਲਾ ਰਾਮ ਦਾ ਇਲਾਕਾ ਆਉਂਦਾ ਹੈ, ਨਵਾਬ ਸਿੱਧਰ ਦਾ ਇਲਾਕਾ ਆਉਂਦਾ ਹੈ। ਇਹ ਜਿਨ੍ਹਾਂ ਨੇ ਅੰਗਰੇਜ਼ਾਂ ਦੇ ਖਿਲਾਫ ਬਹੁਤ ਵੱਡੀ ਇੱਕ ਲੜਾਈ ਫਾਈਟ ਕੀਤੀ ਹੈ 1857 ਚ, ਔਰ ਉਸ ਤੋਂ ਬਾਅਦ ਅੰਗਰੇਜ਼ਾਂ ਨੇ ਇਹਨਾਂ ਇਲਾਕਿਆਂ ਨੂੰ ਖਾਸ ਕਰਕੇ ਬੈਕਵਰਡ ਰੱਖ ਕੇ ਇਹਨਾਂ ਨੂੰ ਮਿਲ ਕੇ ਭੁੱਖ ਮਾਰਨ ਤੱਕ ਲਿਜਾ ਕੇ, ਤੇ ਉਸ ਤੋਂ ਬਾਅਦ ਇਹਨਾਂ ਨੂੰ ਗਿਆ। ਔਰ ਤੁਹਾਨੂੰ ਹੈਰਾਨੀ ਹੋਵੇਗੀ ਕਿ ਇਹ ਇਲਾਕੇ ਜਿਹੜੀ ਰਸਮੋ ਰਿਵਾਜ ਨੇ ਮੇਵਾਤ ਦੇ, ਕਦੀ ਵੀ ਸੰਪਰਦਾਇਕ ਜਾਂ ਇਸਲਾਮਿਕ ਉਹਨਾਂ ਕੱਟਰਪੰਥੀਆਂ ਵਾਲੇ ਇੱਥੇ ਰਸਮੋ ਰਿਵਾਜ ਨਹੀਂ ਰਹੇ। ਔਰ ਦੂਜੀ ਗੱਲ ਦੀ ਤੁਹਾਨੂੰ ਇੱਕ ਹੋਰ ਹੈਰਾਨੀ ਹੋਵੇਗੀ ਕਿ ਜਿਵੇਂ 1900 ਦਾ ਸਹਿਯੋਗ ਅੰਦੋਲਨ ਹੈ, ਉਸ ਤੋਂ ਬਾਅਦ ਵੱਖ-ਵੱਖ ਧਾਰਾਵਾਂ ਨੂੰ ਜਨਮ ਦਿੱਤਾ ਗਿਆ, ਜਿਹਦੇ ਵਿੱਚ ਮੁਸਲਿਮ ਲੀਗ ਵੀ ਹੈ, ਜਿਹਦੇ ਵਿੱਚ RSS ਵੀ ਹੈ, ਔਰ ਇੱਕ ਤਬਲੀਗੀ ਜਮਾਤ ਵੀ ਪੈਦਾ ਕੀਤੀ ਗਈ, ਉਹ ਵੀ ਮੇਵਾਤ 'ਚ ਪੈਦਾ ਕੀਤੀ ਅੰਗਰੇਜ਼ਾਂ ਨੇ। ਉਸ ਦੇ ਬਾਵਜੂਦ ਵੀ ਜਿਹੜਾ ਮੇਵਾਤੀਆਂ ਦਾ ਕਰੈਕਟਰ ਹੈ, ਗਾਵਾਂ ਨੂੰ ਪਾਲਦੇ ਸੀ ਦੁੱਧ ਵਾਸਤੇ, ਨਾ ਕਦੀ ਗਾਂ ਦਾ ਮਾਸ ਖਾਧਾ ਨਹੀਂ ਹੈ। ਇਹ ਵੀ ਗਾਂ ਦੀ ਉਨੀ ਰਖਵਾਲੀ ਕਰਦੇ ਨੇ ਜਿਹੜੇ ਬਾਕੀ ਉੱਥੋਂ ਦੇ ਲੋਕ ਸਿੰਧੇ ਹਿੰਦੂ ਕਰਦੇ ਨੇ। 11 ਲੱਖ ਦੀ ਆਬਾਦੀ ਹੈ ਟੋਟਲ ਮੇਵਾਤ ਦੇ ਵਿੱਚ, ਉਹਦੇ ਵਿੱਚ 7.5 ਲੱਖ ਆਬਾਦੀ ਆਲਮੋਸਟ ਮੁਹੰਮਦਨ ਹੈ, ਮੁਸਲਮਾਨ ਨੇ, ਤੇ 3.5 ਲੱਖ ਦੇ ਕਰੀਬ ਹਿੰਦੂ ਜਿਹੜੀ ਦੂਜੀ ਆਬਾਦੀ ਗੈਰ ਮੁਸਲਮਾਨ। ਔਰ ਕਦੀ ਵੀ ਸਾਡਾ ਟ੍ਰੈਡੀਸ਼ਨ ਹੈ, ਕਦੀ ਵੀ ਇੱਥੇ ਤਣਾਅ ਵੀ ਨਹੀਂ ਆ। ਇਵਨ ਕਿ 1947 ਚ ਵੀ ਇੱਥੇ ਦੰਗੇ ਨਹੀਂ ਹੋਏ। ਇੱਕ ਪਹਿਲੀ ਗੱਲ ਤਾਂ ਇਹਨੂੰ ਸਮਝਣ ਦੀ ਜ਼ਰੂਰਤ ਹੈ, ਇਹਦੀ ਬੈਕਗਰਾਉਂਡ ਜਾਵਾਂਗੇ ਤੇ ਫਿਰ ਥੋੜਾ ਸਮਝ ਆਏਗਾ ਕਿ ਇਹ ਹੁਣ ਕਿਉਂ ਇੱਥੇ ਹੋ ਰਿਹਾ ਹੈ। ਹੁਣ ਵੀ ਇਹ ਇਲਾਕਾ ਵੈਸੇ ਤਾਂ ਪੜ੍ਹਾਈ ਵੱਲੋਂ ਬੈਕਵਰਡ ਹੈ ਕਾਫੀ, ਇਹ ਇਲਾਕਾ ਪਿਛੜਾ ਇਲਾਕਾ ਬਣਾ, ਹੁਣ ਪਿੱਛੇ ਜਿਹੀ ਇਹਨੂੰ ਜ਼ਿਲ੍ਹੇ ਦਾ ਆਪਣਾ ਡਿਸਟ੍ਰਿਕਟ ਬਣਾਇਆ ਗਿਆ ਹੈ। ਪਰ ਇਸ ਤੋਂ ਬਾਵਜੂਦ ਵੀ ਇੱਥੋਂ ਦਾ ਭਾਈਚਾਰਾ ਕਦੀ ਵੀ ਇਸ ਤਰ੍ਹਾਂ ਟੁੱਟੇ ਨਹੀਂ ਜਿਹੜੀ ਪਹਿਲੀ ਵਾਰ ਹਰਿਆਣਾ ਕਿਤੇ ਵੀ ਹੋਏ ਅੱਜ ਤੱਕ। ਬਲਕਿ 1987 ਵਿੱਚ ਇੱਥੇ ਘਟਨਾਵਾਂ ਹੋਈਆਂ, ਸਿੱਖ ਵਿਰੋਧੀ ਘਟਨਾਵਾਂ ਹੋਣ ਦੀ ਕੋਸ਼ਿਸ਼ ਕੀਤੀ ਗਈ, ਪਰ ਉਹ ਲੰਮਾ ਫੈਲਾ ਨਹੀਂ ਸਕੀ। ਅਸਲ ਤੇ ਮੈਂ ਜੋ ਮਹਿਸੂਸ ਕਰਦਾ ਹਾਂ ਕਿ ਜਿਹੜਾ ਤੁਸੀਂ ਦੱਸਿਆ ਪਹਿਲਾ ਸ਼ਬਦ ਡਬਲ ਇੰਜਨ ਦੀ ਸਰਕਾਰ, ਔਰ ਦੂਜਾ ਜਿਹੜਾ ਇਹਨਾਂ 3 ਦਿਨਾਂ ਵਿੱਚ ਸਰਕਾਰ ਦਾ ਜਿਹੜਾ ਰੁਖ ਹੈ, ਉਹਨੂੰ ਸਮਝਣ ਦੀ ਜ਼ਰੂਰਤ ਹੈ। ਉਹਨੂੰ ਅਗਰ ਸਮਝਾਂਗੇ ਤੇ ਫਿਰ ਸਾਨੂੰ ਪਤਾ ਲੱਗੇਗਾ ਕਿ ਘਟਨਾਵਾਂ ਅੱਗੇ ਕਿਉਂ ਵਧ ਰਹੀਆਂ ਨੇ। ਇੱਕ ਤਾਂ ਇੰਟੈਲੀਜੈਂਸ ਦੀ ਰਿਪੋਰਟ ਹੈ ਇਹਨਾਂ ਕੋਲ ਖੁਦ, ਔਰ ਜਿਹੜੀ ਸਾਡੀ ਪੁਲਿਸ ਦਾ ਡਿਪਾਰਟਮੈਂਟ, ਹੋਮ ਡਿਪਾਰਟਮੈਂਟ ਹੈ, ਉਹ 2 ਖਿੱਤਿਆਂ 'ਚ ਵੰਡਿਆ ਹੈ। ਹਰਿਆਣੇ ਤੋਂ ਹੋਮ ਮਿਨਿਸਟਰ ਹੈ ਸਾਡੇ ਵਿਜ ਸਾਹਿਬ, ਅਨਿਲ ਵਿਜ ਹੈ, ਸਾਡੇ ਅੰਬਾਲਾ ਕੈਂਟ ਤੋਂ ਮਿਨਿਸਟਰ ਹੈ, ਜਿਹੜੇ ਹੋਮ ਮਿਨਿਸਟਰ ਹੈ। ਔਰ ਜਿਹੜੇ ਉਹਨਾਂ ਜਿਹੜਾ CID ਡਿਪਾਰਟਮੈਂਟ ਹੈ, ਉਹ ਸਾਡੇ ਮੁੱਖ ਮੰਤਰੀ ਖੱਟਰ ਸਾਹਿਬ ਕੋਲ ਹੈ। ਔਰ ਇੰਟੈਲੀਜੈਂਸ ਕਹਿ ਰਹੀ ਹੈ ਕਿ ਅਸੀਂ ਰਿਪੋਰਟਾਂ ਦਿੱਤੀਆਂ ਨੇ, ਹੋਮ ਮਿਨਿਸਟਰ ਡਿਨਾਈ ਕਰ ਰਿਹਾ ਕਿ ਸਾਡੇ ਕੋਲ ਕੋਈ ਰਿਪੋਰਟ ਨਹੀਂ ਹੈ। ਪਰ ਤਾਂ ਇੱਥੇ ਕਨਫਿਊਜ਼ਨ, ਇਹਨੂੰ ਕਲੀਅਰ ਕਰਨ ਦੀ ਜ਼ਰੂਰਤ ਹੈ ਕਿ ਸਰਕਾਰ ਜਾਣਬੁੱਝ ਕੇ ਇਹਨੂੰ ਰੋਲ ਗੋਲ ਕਰ ਰਹੀ ਹੈ ਤੇ ਵਾਸਤਵ ਵਿੱਚ ਹੋਮ ਮਿਨਿਸਟਰ ਤੇ CM ਦਾ ਆਪਸੀ ਕੋਈ ਤਾਲੁਕਾਤ ਨਹੀਂ, ਤੇ ਆਪਸ ਵਿੱਚ ਕੋਈ ਆਪਸ ਵਿੱਚ ਤਾਲਮੇਲ ਨਹੀਂ ਹੈ। ਔਰ ਦੂਜਾ ਜਿਹੜਾ ਹੈ ਕਿ ਅਗਰ ਤਾਲਮੇਲ ਨਹੀਂ ਹੈ ਤਾਂ ਉਸ ਦੇ ਬਾਵਜੂਦ ਉੱਥੇ ਜਿਹੜਾ ਚੀਫ ਮਿਨਿਸਟਰ ਨੇ ਕੀ ਕੀਤਾ। ਇੱਕ ਦਿਨ ਚੀਫ ਮਿਨਿਸਟਰ ਸਾਹਿਬ ਦਾ ਬਿਆਨ ਆ ਰਿਹਾ ਸੀ ਕਿ ਅਸੀਂ ਉੱਥੇ ਸਭ ਨੂੰ ਸੁਰੱਖਿਆ ਦੇਵਾਂਗੇ। ਹੁਣ ਕਿਹਾ ਉਹਨਾਂ ਕਹਿ ਦਿੱਤਾ ਹੈ ਕਿ ਪੁਲਿਸ ਸਭ ਨੂੰ ਸੁਰੱਖਿਆ ਪ੍ਰੋਵਾਈਡ ਨਹੀਂ ਕਰ ਸਕਦੀ। ਦੂਜੀ ਇਹਦੇ ਨਾਲ ਜਿਹੜੀ ਘਟਨਾ ਜੁੜੀ ਹੋਈ ਹੈ, ਮਤਲਬ ਕਿ ਉਹ ਘਟਨਾਵਾਂ ਹੋਣ ਤੋਂ ਬਾਅਦ, ਉਸ ਤੋਂ ਬਾਅਦ 2-3 ਜ਼ਿਲ੍ਹਿਆਂ 'ਚ, ਜਿਵੇਂ ਗੁੜਗਾਵਾਂ 'ਚ ਗੁਰੂ ਗ੍ਰਾਮ ਜੀ ਦਾ ਨਾਂ ਨਵਾਂ ਰੱਖਿਆ ਇਹਨਾਂ ਨੇ, ਇਹ ਉੱਥੇ ਦੰਗੇ ਹੁਣ ਕਰਾਉਣ ਦੀ ਕੋਸ਼ਿਸ਼ ਕੀਤੀ ਗਈ। ਇੱਕ ਬੰਦੇ ਦਾ ਮਰਡਰ ਹੋਇਆ ਉੱਥੇ, ਉਹ ਜਿਹੜਾ ਉੱਥੋਂ ਦਾ ਸੀ, ਤੁਹਾਡਾ ਕੀ ਕਹਿ ਸਕਦੇ ਆ, ਉਹਦਾ ਆਪਣਾ ਤੁਹਾਡੀ ਮਸਜਿਦ ਦਾ ਜਿਹੜਾ ਮੇਨ ਪੁਜਾਰੀ ਹੁੰਦਾ ਹੈ, ਉਹਦਾ ਉੱਥੇ ਮਰਡਰ ਹੋਇਆ ਇੱਕ ਦਾ। ਤੇ ਦੂਜਾ ਜਿਹੜਾ ਹੈ ਉਸ ਤੋਂ ਬਾਅਦ ਜਿਹੜੇ ਨਾਲ ਲੱਗਦੇ ਰਜਵੈਨਿਕ ਸੀ, ਇਵਨ ਕਿ ਉਹਦਾ ਅਸਰ ਦਿੱਲੀ ਤੱਕ ਰਿਐਕਸ਼ਨ ਦੇ ਰੂਪ 'ਚ ਦਿਖਾਇਆ ਗਿਆ।
ਪਰ ਤੁਸੀਂ ਅਗਰ ਉਹਨਾਂ ਫਿਲਮਾਂ ਨੂੰ ਜਾਂ ਵੀਡੀਓ ਨੂੰ ਦੇਖੋਗੇ ਤੁਸੀਂ ਕਿ ਦਿੱਲੀ ਦੀ ਨਾਂਗਲੋ ਵਿੱਚ ਪੁਲਿਸ ਸਟੇਸ਼ਨ ਦੇ ਉੱਤੇ ਖੜ ਕੇ ਔਰ ਜਿਹੜੇ ਸੰਪਰਦਾਇਕ ਤਾਕਤਾਂ ਨੇ ਉੱਥੇ ਉਹਨੂੰ ਆਪਣਾ ਉਹ ਰੱਖ ਰਹੇ ਨੇ, ਬੋਲ ਰਹੇ ਨੇ ਉਹਨੂੰ ਰੁਕਣ ਵਾਲਾ ਨਹੀਂ। ਔਰ ਕੱਲ ਨੂੰ ਹੋਰ ਵੀ ਇੱਕ ਉਦਾਈ ਘਟਨਾਵਾਂ ਜਿਹਨੂੰ ਅਗਰ ਮੈਂ ਦੇਖ ਰਿਹਾ ਕਿ ਸਰਕਾਰ ਦੀ ਸਨਾਖਤ ਤਾਂ ਨਹੀਂ ਹੈ ਕਿ ਪੂਰੇ ਹਰਿਆਣੇ ਵਿੱਚ ਪ੍ਰਦਰਸ਼ਨ ਹੋਏ। ਮੈਂ ਜਿਹੜੇ ਇਲਾਕੇ ਨੂੰ ਸੰਬੰਧਿਤ ਹਾਂ, ਮੈਂ ਅੱਜ ਥਾਣੇ ਗਿਆ ਸੀ, ਅੱਜ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ, ਕੱਲ ਇੱਥੇ ਵੀ ਪ੍ਰਦਰਸ਼ਨ ਹੋਇਆ ਹੈ, ਕਦੇ ਵੀ ਇਹੋ ਨਹੀਂ ਹੋਏ। ਔਰ ਪ੍ਰਦਰਸ਼ਨਕਾਰੀ ਆਪਣਾ ਲੈ ਕੇ ਸਾਡਾ ਜਿਹੜਾ ਉੱਥੇ ਕੋਰਟ ਹੈ, ਕੋਰਟ ਦੇ ਜਿਹੜਾ ਆਪਣਾ ਉੱਥੇ ਹੈ ਜਿਹੜਾ ਮੈਦਾਨ ਹੈ, ਕੋਰਟ ਦੇ ਮੈਦਾਨ ਚ ਆ ਕੇ ਉੱਥੇ ਮਤਲਬ ਕਿ ਇਸ ਸਮਾਜਿਕ ਤਰੀਕੇ ਨਾਲ ਔਰ ਇੰਨੀ ਗੈਰ ਸੰਵਿਧਾਨਿਕ ਭਾਸ਼ਾ ਨਾਲ ਉੱਥੇ ਲੈਕਚਰ ਦਿੱਤੇ ਗਏ। ਔਰ ਪੁਲਿਸ ਕੋਲ ਖੜੀ ਹੈ, ਐਸਡੀਐਮ ਨੂੰ ਮੰਗ ਪੱਤਰ ਦੇ ਗਏ ਨੇ। ਅਸੀਂ ਪੁੱਛਿਆ ਸੀ ਐਸਡੀਐਮ ਸਾਹਿਬ ਨੂੰ ਵੀ ਇਹ ਕੀ ਹੋ ਰਿਹਾ ਹੈ। ਇਹਨਾਂ ਘਟਨਾਵਾਂ ਨੂੰ ਜੋੜ ਕੇ ਦੇਖੋਗੇ ਤੇ ਲੱਗਦਾ ਹੈ ਕਿ ਜਿਵੇਂ ਜਿਵੇਂ ਇਲੈਕਸ਼ਨ ਨਜ਼ਦੀਕ ਆ ਰਿਹਾ ਹੈ, ਇਹਨੂੰ ਪੂਰੇ ਦੇਸ਼ ਵਿੱਚ ਜਿਵੇਂ ਪੁਲਵਾਮਾ ਕਰਵਾਇਆ ਗਿਆ, ਇਸੇ ਤਰੀਕੇ ਨਾਲ ਇਹਨੂੰ ਦੁਬਾਰਾ ਉਸ ਇਲੈਕਸ਼ਨਾਂ ਤੱਕ ਲੈ ਕੇ ਜਾਣ ਦੀ ਕੋਸ਼ਿਸ਼ ਰੂਲਿੰਗ ਪਾਰਟੀ ਕਰ ਰਹੀ ਹੈ, ਜੋ ਮੈਂ ਸਮਝਦਾ। ਨਹੀਂ, ਪਰ ਹਰਪਾਲ ਜੀ ਇਸ 'ਚ ਫਾਇਦਾ ਕੀ ਹੋਊਗਾ? ਕਿਉਂਕਿ ਜਿਸ ਤਰੀਕੇ ਨਾਲ ਆ ਚੀਜ਼ਾਂ ਹੋਈਆਂ ਨੇ, ਤੁਸੀਂ ਦੇਖੋ ਸੰਪਰਦਾਇਕ ਦੰਗੇ ਜਿੱਡਾ ਐਡਾ ਵੱਡਾ ਰੂਪ ਲੈ ਲਿਆ, 7 ਬੰਦੇ ਦੀਆਂ ਜਾਨਾਂ ਚਲੀਆਂ ਗਈਆਂ, ਕਿੰਨੇ ਤੁਸੀਂ ਦੇਖੋ ਕਿੰਨੀਆਂ ਪ੍ਰਾਈਵੇਟ ਪ੍ਰਾਪਰਟੀਆਂ ਨੂੰ ਅੱਗ ਲਾ ਦਿੱਤੀ ਗਈ, ਗੱਡੀਆਂ ਨੂੰ ਅੱਗ ਲਾ ਦਿੱਤੀ ਗਈ। ਮਤਲਬ ਉੱਥੇ ਜਦੋਂ ਇਹ ਤਸਵੀਰਾਂ ਦੇਖ ਰਹੇ ਸੀ ਤੇ ਬਿਲਕੁਲ ਪ੍ਰਸ਼ਾਸਨ ਬੇਅਸਰ ਲੱਗ ਰਿਹਾ ਸੀ। ਖੁੱਲ੍ਹੇਆਮ ਗੁੰਡਾਗਰਦੀ ਹੁੰਦੀ ਹੈ, ਖੁੱਲ੍ਹੇਆਮ ਆਗਜਨੀਆਂ ਹੁੰਦੀਆਂ ਨੇ, ਸੜਕਾਂ ਤੇ ਪੱਥਰ ਸਭ ਕੁਝ ਚੱਲਦਾ ਖੁੱਲ੍ਹੇਆਮ, ਤੇ ਇੰਟਰਨੈਟ ਬੰਦ ਕੀਤਾ ਜਾਂਦਾ ਹੈ। ਹਾਲੇ ਤਾਂ ਖਦਸ਼ਾ ਇਹ ਹੈ ਕਿ ਮਨੀਪੁਰ ਦੇ ਵਿੱਚ ਵੀ ਇੰਟਰਨੈਟ ਬੰਦ ਸੀ, ਪਰ ਹੌਲੀ ਹੌਲੀ ਇਹੋ ਜਿਹੀਆਂ ਵੀਡੀਓ ਸਾਹਮਣੇ ਆਈਆਂ ਜਿਹੜੀ ਕਿ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀਆਂ ਸੀ। ਇੱਥੇ ਵੀ ਹੋ ਸਕਦਾ ਕਿ ਜਿਵੇਂ ਹੀ ਇੰਟਰਨੈਟ ਖੁੱਲੇਗਾ ਬਹੁਤ ਸਾਰੀਆਂ ਇਹੋ ਜਿਹੀਆਂ ਵੀਡੀਓਜ਼ ਸਾਹਮਣੇ ਆਣਗੀਆਂ ਕਿ ਘੱਟ ਤੋਂ ਘੱਟ ਘਟਨਾ ਕਿਵੇਂ ਹੋਈ, ਕੌਣ ਜ਼ਿੰਮੇਵਾਰ ਨੇ। ਕਿਉਂਕਿ ਕਿਤੇ ਸਿਰਫ ਇੱਕ ਤਬਕੇ ਨੂੰ ਟਾਰਗੇਟ ਕਰ ਦੇਣਾ ਇਹ ਵੀ ਤਾਂ ਗਲਤ ਹੈ ਨਾ। ਨਹੀਂ, ਮੈਂ ਉਹਨੂੰ ਠੀਕ ਨਹੀਂ ਮੰਨ ਰਿਹਾ। ਮੈਂ ਕਹਿ ਰਿਹਾ ਕਿ ਜਿਵੇਂ ਦੇਖੋ ਇਹ ਪਹਿਲੀ ਸਾਡੀ ਜਿਹੜੀ ਘਟਨਾਵਾਂ ਹਰਿਆਣੇ ਤਾਂ ਪਹਿਲੀ ਵਾਰੀ ਦੇਖ ਰਹੇ ਹਾਂ ਕਿ ਜਿਹੜਾ ਇੰਟੈਲੀਜੈਂਸ ਦੀ ਰਿਪੋਰਟ ਹੈ ਕਹਿ ਰਹੀਆਂ ਨੇ ਕਿ ਅਸੀਂ ਇਨਫੋਰਮ ਕੀਤਾ ਸੀ। ਇੱਕ ਤੁਹਾਨੂੰ ਹੈਰਾਨੀ ਹੋਏਗੀ ਕਿ ਜਦੋਂ ਵੀ ਖਾਦਸਾ ਹੁੰਦਾ ਹੈ ਉੱਥੇ ਇਹ ਯਾਤਰਾ ਦਾ ਆਪਾਂ ਨੂੰ ਡਿਕਲੇਅਰ ਕਰ ਚੁੱਕੇ ਸੀ, ਜਿਹੜੀਆਂ ਆਰਐਸਐਸ ਦੀਆਂ ਜਿਹੜੀਆਂ ਦੂਜੀਆਂ ਸ਼ਾਖਾਵਾਂ ਨੇ, ਬਜਰੰਗ ਦਲ ਹੈ, ਵਿਸ਼ਵ ਹਿੰਦੂ ਪਰਿਸ਼ਦ ਹੈ, ਦੁਰਗਾ ਵਾਹਿਨੀ ਹੈ, ਇਹਨਾਂ ਨੇ ਡਿਕਲੇਅਰ ਕੀਤਾ ਸੀ ਕਿ ਅਸੀਂ ਜਲ ਅਭਿਸ਼ੇਕ ਕਰਾਂਗੇ। ਔਰ ਉੱਥੇ ਇੱਕ ਮੰਦਿਰ ਹੈ, ਬਹੁਤ ਪੁਰਾਣਾ ਮੰਦਿਰ ਹੈ ਜੀ, ਰੂਟੀਨ ਜਲ ਅਭਿਸ਼ੇਕ ਹੁੰਦਾ ਹੈ। ਪਰ ਮੇਰੇ ਆਪਣੇ ਟੋਹਾਣੇ ਦੇ ਕੋਈ ਲੋਕ ਸਸਤਾ ਸੰਤ ਲੈ ਗਏ ਕਿ ਨਵਾਂ ਤੀਰਥ ਸਥਾਨ ਤੋਂ ਵੇਖਣ ਗਏ, ਸਾਨੂੰ ਨਹੀਂ ਪਤਾ ਉੱਥੇ ਕੀ ਹੋਣਾ ਹੈ, ਸਾਨੂੰ ਕੋਈ ਇੱਥੇ ਇਹ ਦੱਸ ਕੇ ਨਹੀਂ ਗਿਆ ਆਹ ਕੰਮ ਕਰਨਾ ਹੈ। ਇੱਕ ਵੱਡੇ ਹਿੱਸੇ ਨੂੰ ਉੱਥੇ ਜਾ ਕੇ ਜਿਵੇਂ ਕੋਸ਼ਿਸ਼ ਕੀਤੀ ਗਈ ਹੋਵੇ ਕਿ ਰਾਈਟਸ ਵਿੱਚ ਇਹ ਬੰਦੇ ਮਰਨਗੇ ਤੇ ਤਾਂ ਕਿ ਸਾਰੇ ਹਰਿਆਣੇ 'ਚ ਇਹਨੂੰ ਫੈਲਾਏ। ਇਹ ਪਹਿਲੀ ਵਾਰੀ ਉੱਥੇ ਲੈ ਗਏ ਤੀਰਥ ਸਥਾਨਾਂ ਤੇ, ਇਹ ਸਾਡੇ ਕੋਲ ਨਵੀਂ ਸੂਚਨਾ ਮਿਲੀ ਹੈ। ਇੱਕ ਨੌਜਵਾਨ ਉੱਥੋਂ ਦਾ ਅੰਬਾਲੇ ਤੋਂ ਹੈ, ਉਹਦੀ ਡੈਥ ਹੋਈ ਗੋਲੀ ਨਾਲ। ਇੱਕ ਦੂਜੀ ਗੱਲ ਹੈ ਕਿ ਜਦੋਂ ਇਨਫੋਰਮੇਸ਼ਨ ਸੀ ਉਸੇ ਦਿਨ ਐਸਪੀ ਸਾਹਿਬ ਛੁੱਟੀ ਚਲੇ ਜਾਂਦੇ ਨੇ ਔਰ ਉਹਦੀ ਛੁੱਟੀ ਨੂੰ ਸਰਕਾਰ ਮਨਜ਼ੂਰ ਕਰਦੀ ਹੈ, ਜਦਕਿ ਸਰਕਾਰ ਕੋਲ ਇਨਫੋਰਮੇਸ਼ਨ ਹੈ। ਔਰ ਐਮਰਜੈਂਸੀ ਵਿੱਚ ਜਿਹੜੀਆਂ ਵੱਡੇ ਆਫੀਸਰਸ ਹੁੰਦੇ ਨੇ, ਛੁੱਟੀਆਂ ਕੈਂਸਲ ਹੁੰਦੀਆਂ ਨੇ, ਉੱਥੇ ਬਕਾਇਦਾ ਛੁੱਟੀ ਦਿੱਤੀ ਗਈ। ਦੂਜੀ ਲੇਟੈਸਟ ਜਿਹੜੀ ਸਾਨੂੰ ਇਨਫੋਰਮੇਸ਼ਨ ਮਿਲ ਰਹੀ ਹੈ ਕਿ ਛੁੱਟੀ ਦੇ ਨਾਲ ਨਾਲ ਉੱਥੇ ਜਿਹੜੀ ਪੁਲਿਸ ਫੋਰਸ ਸੀ, ਡਿਸਟ੍ਰਿਕਟ ਹੈਡਕੁਆਟਰ ਹੈ, ਪੁਲਿਸ ਫੋਰਸ ਨੂੰ ਦੂਜੀ ਜਗ੍ਹਾ ਵੀਆਈਪੀ ਸਿਕਿਉਰਿਟੀ ਵਾਸਤੇ ਬਾਹਰ ਭੇਜਤਾ ਗਿਆ। ਜ਼ਰੂਰਤ ਉੱਥੇ ਹੈ, ਬਾਅਦ ਚ ਹੁਣ ਬੁਲਾ ਲਈ ਗਈ, ਉੱਥੇ ਪੈਰਾਮਿਲਟਰੀ ਫੋਰਸਿਸ ਵੀ ਆ, ਦੂਜੀ ਪੁਲਿਸ ਵੀ ਹੈ। ਤੀਜੀ ਜਿਹੜੀ ਘਟਨਾ ਹੈ, ਜਿਹੜੇ ਲੋਕ ਕਹਿ ਰਹੇ ਨੇ ਉੱਥੇ ਜਿਹੜੀ ਅਲੱਗ-ਅਲੱਗ ਵੀਡੀਓ ਆ ਰਹੀਆਂ ਨੇ, ਉਹ ਕਹਿੰਦੇ ਲੋਕ ਬਾਹਰੋਂ ਆਏ ਸੀ, ਕਿਉਂਕਿ ਕਈ ਦਿਨਾਂ ਤੋਂ ਜਿਹੜਾ ਇੱਕ ਬੰਦਾ ਜਿਹੜਾ ਰਾਜਸਥਾਨ ਪੁਲਿਸ ਦਾ ਭਗੌੜਾ ਹੈ, ਜਿਹਨੇ ਪਿੱਛੇ ਲਿੰਚਿੰਗ ਦਾ ਨਾਂ ਸੀ, 2 ਬੰਦਿਆਂ ਦੇ ਕਤਲ ਦਾ ਉਹ ਦੋਸ਼ੀ ਰਿਹਾ ਹੈ, ਸੋਨੂ ਮਾਨੇਸਰ ਹੈ ਨਾਂ ਉਹਦਾ, ਉਹ ਕਹਿ ਰਿਹਾ ਕਿ ਮੈਂ ਆਵਾਂਗਾ। ਕਿਸ ਤਰ੍ਹਾਂ ਪ੍ਰਵੋਕ ਕੀਤਾ ਗਿਆ ਸਾਰੀ ਸਿਚੁਏਸ਼ਨ ਨੂੰ। ਔਰ ਉਸ ਦੇ ਬਾਵਜੂਦ ਜਿਹੜੀ ਆਹ 2 ਚੀਜ਼ਾਂ ਮੈਂ ਦੱਸ ਰਿਹਾ ਕਿ ਐਸਪੀ ਦਾ ਛੁੱਟੀ ਜਾਣਾ, ਉਹਦੀ ਛੁੱਟੀ ਨੂੰ ਰਿਕਮੈਂਡ ਕਰਨਾ, ਔਰ ਉੱਥੋਂ ਦੀ ਜਿਹੜੀ ਪੁਲਿਸ ਨੂੰ ਦੂਜੇ ਡਿਸਟ੍ਰਿਕਟ ਵੀਆਈਪੀ ਡਿਊਟੀ ਵਾਸਤੇ ਭੇਜ ਦੇਣਾ, ਜਦੋਂ ਕਿ ਫੋਰਸ ਦੀ ਇੱਥੇ ਜ਼ਰੂਰਤ ਹੈ। ਇੱਥੇ ਜਦੋਂ ਕਿ ਪਤਾ ਹੈ ਕਿ ਇੱਥੋਂ ਜਲ ਅਭਿਸ਼ੇਕ ਵਾਸਤੇ ਯਾਤਰਾ ਨਿਕਲੇਗੀ, ਇੱਥੇ ਜ਼ਿਆਦਾ ਫੋਰਸ ਦੀ ਜ਼ਰੂਰਤ ਹੋਵੇਗੀ, ਜ਼ਿਆਦਾ ਸਿਕਿਉਰਿਟੀ ਦੀ ਜ਼ਰੂਰਤ ਹੋਵੇਗੀ, ਉਸ ਦੇ ਬਾਵਜੂਦ ਇਹਨੂੰ ਲੂਜ਼ ਕੀਤਾ ਗਿਆ। ਇਵੇਂ ਮੈਂ ਦੱਸਿਆ ਜਿਹੜਾ ਤੁਸੀਂ ਦੱਸ ਰਹੇ ਹੋ, ਜਿਹੜੀਆਂ ਉੱਥੇ ਪੁਲਿਸ ਨਾਲ ਚੱਲ ਰੱਖੀ, ਲੱਗ ਰਿਹਾ ਕਿ ਜਿਵੇਂ ਪ੍ਰਸ਼ਾਸਨ ਨੂੰ ਦੇ ਰਿਹਾ ਹੋਵੇ ਹੱਲਾਸ਼ੇਰੀ ਕਿ ਤੁਸੀਂ ਕਰੋ, ਤੁਹਾਨੂੰ ਕੋਈ ਰੋਕਣ ਵਾਲਾ ਨਹੀਂ। ਇਹ ਕੱਲ ਮੈਂ ਦੱਸਿਆ ਟੋਹਾਣੇ ਜੋ ਹੈ, ਕਿਉਂਕਿ ਇੱਕ ਲੜਕੇ ਦੀ ਡੈਥ, ਮੇਰਾ ਗੁਆਂਢ ਹੈ, ਬਿਲਕੁਲ ਇੱਕ ਪਿੰਡ ਹੈ, ਉਹ ਕੱਲਾ ਬੇਟਾ ਸੀ, ਹੋਮਗਾਰਡ ਦਾ ਜਵਾਨ ਸੀ,
जिंदी परमानेंट नौकरी नहीं है। ਹੂੰ 27 साल का नौजवान है, 2 बच्चे छोटे, कला माँ बाप का बेटा है वो, और छोटी किसानी है। ਉਹਦੀ ਉੱਥੇ ਘਟਨਾਵਾਂ ਡੈਥ ਹੋਈ, ਉਹਦੀ ਗੱਡੀ ਜਿਪਸੀ ਪਲਟ ਗਈ, ਉਹਦੀ ਡੈਥ ਹੋ ਗਈ। ਉਹ ਹੋਮਗਾਰਡ ਦੇ ਜਵਾਨ ਕੱਲ ਅਸੀਂ ਸੰਸਕਾਰ ਕੇ ਆਏ, ਮੈਂ ਜੋ ਪਰਿਵਾਰ ਨੂੰ ਮਿਲ ਕੇ ਆਇਆ ਉੱਥੇ, ਤੇ ਮਿਲ ਕੇ ਸਾਰਿਆਂ ਨਾਲੋਂ ਵੱਡੀ ਗੱਲ ਹੈ ਕਿ ਇੰਨਾ ਕੁਝ ਹੋਣ ਦੇ ਬਾਵਜੂਦ ਉੱਥੇ ਪਹਿਲੇ ਕੋਈ ਇੰਤਜ਼ਾਮ ਨਹੀਂ ਕੀਤੇ ਗਏ। ਔਰ ਅੱਜ ਮੁੱਖ ਮੰਤਰੀ ਇਹ ਕਹਿੰਦੇ ਨੇ ਕਿ ਪੁਲਿਸ ਸਭ ਨੂੰ ਸੁਰੱਖਿਆ ਪ੍ਰਦਾਨ ਨਹੀਂ ਕਰ ਸਕਦੀ। ਅਗਰ ਸੁਰੱਖਿਆ ਪ੍ਰਦਾਨ ਨਹੀਂ ਕਰ ਸਕਦੀ, ਤੁਹਾਨੂੰ ਲੱਗਦਾ ਬੜਾ ਮੰਦਭਾਗਾ ਬਿਆਨ ਹੈ ਇੱਕ ਸੀਐਮ ਦਾ, ਇਸ ਤਰੀਕੇ ਦਾ, ਮੁੱਖ ਮੰਤਰੀ ਦੇ ਇਸ ਤਰੀਕੇ ਦਾ ਬਿਆਨ ਹੋਣਾ ਕਿ ਪੁਲਿਸ ਨਾ ਸਾਰੇ ਹਰੇਕ ਵਿਅਕਤੀ ਦੀ ਸੁਰੱਖਿਆ ਨਹੀਂ ਕਰ ਸਕਦੀ, ਨਾ ਸਰਕਾਰ ਕਰ ਸਕਦੀ ਹੈ, ਨਾ ਕੋਈ ਆਰਮੀ ਵਾਲਾ ਕਰ ਸਕਦਾ ਹੈ। ਹਾਲਾਂਕਿ ਜਦੋਂ ਇਹੋ ਜਿਹਾ ਮਾਹੌਲ ਬਣਿਆ ਹੋਵੇ, ਮੈਨੂੰ ਲੱਗਦਾ ਕਿ ਸ਼ਾਇਦ ਪ੍ਰਸ਼ਾਸਨ ਨੂੰ ਉੱਥੇ ਫਰੰਟ ਫੁੱਟ ਤੇ ਆ ਕੇ ਸੀਐਮ ਸਾਹਿਬ ਨੂੰ ਵੀ ਕਹਿਣਾ ਚਾਹੀਦਾ ਕਿ ਸਾਰੀਆਂ ਚੀਜ਼ਾਂ ਅਸੀਂ ਕੰਟਰੋਲ 'ਚ, ਅਗਰ ਕੁਝ ਵੀ ਹੋਇਆ। ਹਾਲਾਂਕਿ ਉਹਨਾਂ ਨੇ ਕਿਹਾ ਕਿ ਸਾਰੀ ਜਿਹੜੀ ਭਰਪਾਈ ਹੈ ਉਹ ਦੰਗਾਈ ਕਰਨਗੇ। ਉਹਨਾਂ ਨੇ ਜ਼ਿਕਰ ਵੀ ਕੀਤਾ ਹੈ, ਮੈਂ ਤੁਹਾਨੂੰ ਦੱਸ ਦਿੰਦਾ, ਨੂੰਹ ਦੇ ਵਿੱਚ 42 FIR ਹੋਈਆਂ, ਗੁਰੂਗ੍ਰਾਮ ਦੇ ਵਿੱਚ 22, ਪਲਵਲ ਦੇ ਵਿੱਚ 16, ਰਿਵਾੜੀ ਦੇ ਵਿੱਚ 3। ਤੇ ਇਸ ਤੋਂ ਇਹ ਲੱਗਦਾ ਕਿ ਕਿਤੇ ਨਾ ਕਿਤੇ ਉਹ ਐਕਸ਼ਨਸ ਤਾਂ ਹੈਗੀ ਹੈ, ਸਰਕਾਰ ਐਕਸ਼ਨ ਦੇ ਵਿੱਚ ਤਾਂ ਹੈਗੀ ਹੈ, ਪਰ ਆ ਜਿਹੜੀਆਂ ਘਟਨਾਵਾਂ, ਇੰਨਾ ਸਾਰਾ ਕੁਝ ਹੋਣਾ, ਚੁਣਾਵਾਂ ਤੋਂ ਪਹਿਲਾਂ ਹੋਣਾ, 3 ਦਿਨ ਹੋ ਗਏ, ਹਾਲੇ ਵੀ ਹਾਲਾਤ ਲਗਭਗ ਮਤਲਬ ਨਾਰਮਲ ਨਹੀਂ ਹੋਏ। ਕੀ ਤੁਹਾਡੇ ਵਾਲੇ ਪਾਸੇ ਤੁਹਾਨੂੰ ਕੀ ਲੱਗਦਾ ਇਸ ਟਾਈਮ ਹਾਲਾਤ ਕੀ ਨੇ, ਹੁਣ ਕੀ ਹਾਲਾਤ ਨੇ? ਮੈਂ ਤੁਹਾਨੂੰ ਇਹ ਦੱਸ ਰਿਹਾ ਹਾਂ ਕਿ ਅਗਰ ਕੋਈ ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਇਹ ਕਹਿੰਦੇ ਨੇ ਕਿ ਮੈਂ ਉੱਥੋਂ ਦੀ ਪੁਲਿਸ ਜਾਂ ਉਹ ਪ੍ਰਸ਼ਾਸਨ ਜਾਂ ਸਟੇਟ ਆਪਣੇ ਨਾਗਰਿਕਾਂ ਨੂੰ ਫੁੱਲ ਸੁਰੱਖਿਆ ਨਹੀਂ ਦੇ ਸਕਦੀ, ਤੇ ਉਹ ਸੰਵਿਧਾਨਕ ਜਿਹੜੀ ਸਹੁੰ ਖਾਧੀ ਹੋਈ ਹੈ ਉਹਦੀ ਉਲੰਘਣਾ ਕਰ ਰਹੇ ਨੇ। ਇਸ ਦਾ ਮਤਲਬ ਕਿ ਉਹ ਸਟੇਟ ਹੁਣ ਜਿਹੜੀ ਉਹ ਗਵਰਨਮੈਂਟ ਹੈ, ਉਹ ਗਵਰਨਮੈਂਟ ਰਹਿਣ ਦੇ ਕਾਬਿਲ ਨਹੀਂ ਹੈ। ਉਹਨੂੰ ਛੱਡ ਦੇਣਾ ਚਾਹੀਦਾ, ਆਪਣੇ ਆਪ ਹੀ ਛੱਡ ਦੇਣਾ, ਜਾਂ ਉੱਥੇ ਜਿਹੜੀ ਸੈਂਟਰਲ ਗਵਰਨਮੈਂਟ ਉਹਦੇ ਉੱਤੇ ਐਕਸ਼ਨ ਕਰਨਾ ਚਾਹੀਦਾ। ਅਗਰ ਸਟੇਟ ਇਸ ਤੋਂ ਡਿਨਾਈ ਕਰ ਰਹੀ, ਤੁਹਾਨੂੰ ਪਤਾ ਕਿ ਕਤਲ ਦੇ ਕੇਸ ਵਿੱਚ ਸਟੇਟ ਵਰਸਜ ਹੁੰਦਾ ਹੈ। ਕਦੇ ਵੀ ਕਾਤਲ ਜਿਹੜਾ ਮਰਿਆ ਹੁੰਦਾ ਹੈ ਉਹਦਾ ਮੁਦਈ ਜਿਹੜੇ ਹੁੰਦੇ ਨੇ ਉਹ ਨਹੀਂ ਲੜਦੇ, ਸਟੇਟ ਲੜਦੀ ਹੈ, ਕਿਉਂਕਿ ਹਰ ਆਦਮੀ ਦੀ ਜੀਵਨ ਦੀ ਰੱਖਿਆ ਦੀ ਗਰੰਟੀ ਸਰਕਾਰ ਦਿੱਤੀ ਹੈ। ਔਰ ਇੱਥੇ ਸਰਕਾਰ ਕਹਿ ਰਹੀ ਕਿ ਅਸੀਂ ਨਹੀਂ ਦੇ ਸਕਦੇ। ਇਹਦਾ ਮਤਲਬ ਹੈ ਕਿ ਸਰਕਾਰ ਇਹਨੂੰ ਹੋਰ ਅੱਗੇ ਪ੍ਰੋਤਸਾਹਿਤ ਕਰ ਰਹੀ ਹੈ ਗੁੰਡਿਆਂ ਨੂੰ ਕਿ ਤੁਸੀਂ ਜੋ ਮਰਜ਼ੀ ਕਰੋ, ਤੁਹਾਨੂੰ ਕੋਈ ਰੋਕਣ ਵਾਲਾ ਨਹੀਂ। ਅਸੀਂ ਕਹਿ ਦਿੱਤਾ ਕਿ ਅਸੀਂ ਸੁਰੱਖਿਆ ਨਹੀਂ ਦੇ ਸਕਦੇ। ਕਿਹਨੂੰ ਸੁਰੱਖਿਆ ਨਹੀਂ ਦੇ ਸਕਦੇ? ਦੂਜੀ ਗੱਲ ਜਿਹੜੀ ਕਰਨਗੇ ਭਰਪਾਈ ਦੰਗਾਈਆਂ ਨੂੰ, ਦੰਗਾਈ ਅਗਰ ਆਮ ਜਿਹੜੇ ਮਵਾਲੀਆਂ ਨੂੰ ਲੈ ਕੇ ਗਏ ਹੋਣ, ਜਿਨ੍ਹਾਂ ਕੋਲ ਪੱਲੇ ਕੱਖ ਨਹੀਂ, ਜਿਨ੍ਹਾਂ ਨੂੰ ਕੁਝ ਦਿਹਾੜੀਆਂ ਦੇ ਕੇ ਲਗਾਏ ਹੋਣ ਕਿ ਤੁਸੀਂ ਦੰਗੇ ਕਰੋ, ਉਹਨਾਂ ਕੋਲ ਕੀ ਰਿਕਵਰੀ ਕਰਵਾ ਕੇ ਕਿਸ ਤਰ੍ਹਾਂ, ਮੈਂ ਇੱਕ ਰੈਸਟੋਰੈਂਟ ਦਾ ਮਾਲਕ ਦੱਸ ਰਿਹਾ ਸੀ ਕਿ 21 ਲੱਖ ਰੁਪਇਆ ਪਿਆ ਸੀ, ਉਹ ਵੀ ਲੈ ਗਏ ਨੇ, ਹਰ ਚੀਜ਼ ਲੁੱਟ ਕੇ ਲੈ ਗਏ ਨੇ। ਉਹਨੂੰ ਕਿਵੇਂ ਉਹ ਮਵਾਲੀ ਕਿੱਥੋਂ ਉਹਨੂੰ ਲੈ ਕੇ ਉਹਨੂੰ ਪੂਰਾ ਕਰਨਗੇ? ਇੱਕ ਜਿਹੜਾ ਇਮਾਮ ਮਾਰਿਆ ਉੱਥੇ ਗੁਰੂਗ੍ਰਾਮ ਦਾ, ਉਹਦਾ ਕੀ ਭਰਪਾਈ ਕਰਨਗੇ? ਉਹਦਾ ਕਤਲ ਹੋਇਆ, ਗੋਲੀ ਦਾ ਕਤਲ ਹੋਇਆ। ਇਹ ਜਿਹੜੀ ਭਾਸ਼ਾ ਹੈ ਇਹ ਰਾਜਨੀਤਿਕ ਭਾਸ਼ਾ ਨਹੀਂ ਹੈ। ਇਹ ਭਾਸ਼ਾ ਰਾਜਨੀਤਿਕ ਇੱਕ ਜਿਹੜਾ ਲੀਡਰ ਹੈ ਉਹਦੀ ਭਾਸ਼ਾ ਨਹੀਂ ਹੋ ਸਕਦੀ। ਇਹਨੂੰ ਇਹਦੇ ਉੱਤੇ ਸੋਚਣ ਦੀ ਜ਼ਰੂਰਤ ਹੈ। ਇਹਦਾ ਮਤਲਬ ਦੇਖੋ ਨਾ, ਤੁਸੀਂ ਇੱਕ ਚੀਜ਼ ਆਪਾਂ ਗੱਲਬਾਤ ਕਰ ਰਹੇ ਹਾਂ ਕਿ ਪਿਛਲੇ ਇਲੈਕਸ਼ਨ ਤੋਂ ਪਹਿਲਾਂ ਆਪਣੇ ਜੰਮੂ ਕਸ਼ਮੀਰ 'ਚ ਉੱਥੋਂ ਦਾ ਗਵਰਨਰ ਜਿਹੜਾ ਸੀ ਸਤਿਆਪਾਲ ਮਲਿਕ, ਆਪਣੀ ਪੋਸਟ ਤੇ ਰਹਿੰਦੇ ਹੋਏ, ਜੋ ਗੋਆ ਦਾ ਗਵਰਨਰ ਸੀ ਜਾਂ ਨਾਰਥ ਈਸਟ ਉਹਦੀ ਪੋਸਟਿੰਗ ਸੀ, ਉਦੋਂ ਕਿਸਾਨ ਅੰਦੋਲਨ ਦੇ ਟਾਈਮ ਕਹਿ ਰਿਹਾ ਹੈ ਕਿ ਜਿਹੜਾ ਪੁਲਵਾਮਾ ਕਰਵਾਇਆ ਹੈ, ਪੁਲਵਾਮਾ ਟਾਈਮ ਉੱਥੇ ਸੀ, ਪੁਲਵਾਮਾ ਜਾਣਬੁੱਝ ਕੇ ਕਰਵਾਇਆ ਗਿਆ। ਜਿਹੜਾ ਪੁਲਵਾਮਾ ਦੀ ਘਟਨਾ ਹੋਈ, ਪੁਲਵਾਮਾ ਦੀ ਘਟਨਾ ਜਿਸ ਤਰੀਕੇ ਨਾਲ ਹੋਈ, ਅੱਜ ਵੀ ਉਹ ਸਤਪਾਲ ਮਲਿਕ ਬੋਲ ਰਿਹਾ ਸਰਕਾਰ ਉਹਨੂੰ ਚੈਲੰਜ ਨਹੀਂ ਕਰ ਰਹੀ, ਬਲਕਿ ਹੋਮ ਮਿਨਿਸਟਰ ਨੇ ਕਿਹਾ ਕਿ ਸਤਪਾਲ ਮਲਿਕ ਗਵਰਨਰ ਰਹਿੰਦੇ ਹੋਏ ਕਿਉਂ ਨਹੀਂ ਬੋਲਿਆ। ਸਤਪਾਲ ਮਲਿਕ ਨੇ ਇਹ ਜਵਾਬ ਦਿੱਤਾ ਕਿ ਮੈਂ ਉਸ ਟਾਈਮ ਬੋਲਿਆ ਕਿ ਸਾਡੀ ਬੜੀ ਚੂਕ ਹੋਈ ਹੈ, ਇਹ ਗਲਤੀ ਕੀਤੀ, ਅਸੀਂ ਸਾਨੂੰ ਦੱਸਿਆ ਨਹੀਂ ਗਿਆ, ਅਸੀਂ 에ਅਰ ਲਿਫਟ ਕਰਵਾ ਕੇ ਸਾਡੀ ਫੋਰਸ ਨੂੰ ਮੂਵ ਕਰਵਾਉਣਾ ਸੀ। ਜਿਹੜੀ ਹਾਈਵੇ ਤੋਂ ਫੋਰਸਿਸ ਗਈਆਂ ਜਿੱਥੇ ਉਹ ਬਲਾਸਟ ਕੀਤਾ ਗਿਆ, ਟੱਕਰ ਮਰਵਾਈ ਗਈ, ਜਿੱਥੇ ਉਹ RDF ਦੇ ਜਿਹੜੇ ਸਾਡੇ ਜਵਾਨ ਸ਼ਹੀਦ ਹੋਏ, ਔਰ ਬਾਅਦ ਉਹ ਇੰਡੀਆ ਵਰਸਸ ਪਾਕਿਸਤਾਨ ਕਰਕੇ ਪੂਰੇ ਦੇਸ਼ ਨੂੰ ਇੱਕ ਜਨੂਨ ਪੈਦਾ ਕਰਕੇ ਉਹ ਇਲੈਕਸ਼ਨ ਨੂੰ ਜਿੱਤਿਆ ਗਿਆ। ਇਹ ਕਿਤੇ ਉਸੇ ਪਾਸੇ ਲਿਜਾਣ ਦੀ ਸਾਜ਼ਿਸ਼ ਤਾਂ ਨਹੀਂ ਹੋ ਰਹੀ ਜਿਸ ਤਰੀਕੇ ਨਾਲ ਮੁੱਖ ਮੰਤਰੀ ਬੋਲ ਰਿਹਾ। G20 ਦੀ ਹੁਣੇ ਮੀਟਿੰਗ ਹੋ ਗਈ ਇੱਥੇ ਆਪਣਾ ਗੁੜਗਾਵਾਂ 'ਚ, ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਗੱਲ ਕੀਤੀ ਹੈ, ਸਿਕਿਉਰਿਟੀ ਦੀ ਗੱਲ ਕੀਤੀ ਹੈ, ਪਰ ਅੱਜ ਉਹ ਜਿਹੜੀਆਂ ਚੀਜ਼ਾਂ ਕਹੀਆਂ ਗਈਆਂ ਨੇ, ਉਹਨੂੰ ਅਗਰ ਮੁੱਖ ਮੰਤਰੀ ਕਹਿੰਦਾ ਸੀ ਸਭ ਨੂੰ ਸਿਕਿਉਰਿਟੀ ਨਹੀਂ ਦੇ ਸਕਦੇ, ਤੇ ਫਿਰ ਲੋਕ ਕਿੱਥੇ ਜਾਣਗੇ? ਤੁਸੀਂ ਅੰਦਾਜ਼ਾ ਕਰੋ। ਇਸ ਦਾ ਮਤਲਬ ਹੈ ਕਿ ਇੱਕ ਤਰੀਕੇ ਨਾਲ ਦੇਸ਼ ਨੂੰ ਉਧਰ ਧੱਕਿਆ ਜਾ ਰਿਹਾ ਹੈ ਦੁਬਾਰਾ ਉਸ ਆਪਣੀ ਸੱਤਾ ਨੂੰ ਕਾਇਮ ਰੱਖਣ ਵਾਸਤੇ, ਕਿਉਂਕਿ ਲਗਾਤਾਰ ਮਹਿਸੂਸ ਹੁੰਦਾ ਹੈ, ਅਸੀਂ ਲੋਕਾਂ ਦੇ ਨੇ ਰੋਜ਼ ਦੇਖਦੇ ਹਾਂ। ਔਰ ਪਿੱਛੇ ਜਿਹੜੀਆਂ ਕਰਨਾਟਕ 'ਚ ਜਿਵੇਂ ਚੁਣਾਵ ਹੋਏ ਨੇ,
ਉੱਥੋਂ ਇਹਨਾਂ ਸਾਰੀ ਸੰਪਰਦਾਇਕ ਏਜੰਡੇ ਨੂੰ ਪੁੱਟ ਕਰਨ ਤੋਂ ਬਾਅਦ ਵੀ ਉੱਥੇ ਇਲੈਕਸ਼ਨ ਹਾਰ ਗਏ। ਔਰ ਇਹਨਾਂ ਸਾਲਾਂ 'ਚ ਔਰ ਕਦੀ ਵੀ ਮਿਲ ਕੇ ਇਹਨਾਂ ਸਾਲਾਂ ਜਿਹੜਾ ਲੋਕਾਂ ਦੇ ਇੱਛਾਵਾਂ ਸੀ ਉਹਦੀ ਪੂਰਤੀ ਨਹੀਂ ਹੋਈ। ਬੇਰੁਜ਼ਗਾਰੀ ਬਹੁਤ ਵੱਡੀ ਵਧੀ ਹੈ, ਮਹਿੰਗਾਈ ਵਧੀ ਹੈ, ਇਹਨਾਂ ਸਾਲਾਂ 'ਚ ਜਿਹੜਾ ਜੀਵਨ ਪੱਧਰ ਥੱਲੇ ਗਿਆ ਹੈ, ਲੈਂਡ ਆਰਡਰ ਦੀ ਹਾਲਾਤ ਵਿਗੜੇ ਨੇ। ਸਰਕਾਰ ਵੱਲੋਂ ਲੋਕਾਂ ਨੂੰ ਦੇਣ ਵਾਸਤੇ ਕੁਝ ਨਹੀਂ, ਇਸ ਵਾਸਤੇ ਸੰਪਰਦਾਇਕਤਾ ਵੱਲ ਇੱਕ ਵਾਰੀ ਫਿਰ ਦੁਬਾਰਾ ਨੂੰ ਤੱਕਣਾ ਚਾਹੁੰਦੇ, ਜੋ ਮੈਂ ਮਹਿਸੂਸ ਕਰਦਾ। ਪਰ ਹਰਪਾਲ ਜੀ ਕਿਤੇ ਨਾ ਕਿਤੇ ਇੱਥੇ ਸੋਸ਼ਲ ਮੀਡੀਆ ਵੀ ਜ਼ਿੰਮੇਵਾਰ ਹੈ ਅੱਗ ਦੇ ਵਿੱਚ ਘਿਓ ਪਾਉਣ ਦੇ ਵਿੱਚ, ਕਿਉਂਕਿ ਜਿਹੜੀ ਪੁਰਾਣੀ ਵੀਡੀਓ ਵਾਇਰਲ ਕੀਤੀ ਜਾਂਦੀ ਹੈ ਉਹਦੇ ਜਿਹੜੇ ਐਮਐਲਏ ਹੁੰਦੇ ਨੇ ਕਿ ਉਹ ਫਰਵਰੀ ਦੀ ਵੀਡੀਓ ਹੁੰਦੀ ਹੈ, ਮੋਨੂ ਦੀ ਵੀਡੀਓ ਤੋਂ ਬਾਅਦ ਉਸ ਨੂੰ ਵਾਇਰਲ ਕੀਤਾ ਜਾਂਦਾ ਹੈ, ਤਾਂ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਵੀ ਤਾਂ ਉਹਨਾਂ ਜ਼ਿੰਮੇਵਾਰ ਹੈ ਕਿ ਕਿਸ ਤਰੀਕੇ ਨਾਲ ਇਹ ਸਭ ਚੀਜ਼ਾਂ ਹੋਈਆਂ। ਤੇ ਕੋਈ ਇਸ 'ਚ ਵੱਡੀ ਗੱਲ ਨਹੀਂ, ਜਿਵੇਂ ਵਿਜ ਜੀ ਕਹਿ ਰਹੇ ਨੇ ਕਿ ਇਹ ਪ੍ਰੀ ਪਲਾਨਡ ਲੱਗਦਾ। ਤੁਹਾਨੂੰ ਨਹੀਂ ਲੱਗਦਾ ਕਿ ਵਾਕਈ ਲੋਕ ਬਾਹਰੋਂ ਕਿਵੇਂ ਆ ਗਏ? ਇਹਦਾ ਮਤਲਬ ਕਿਤੇ ਨਾ ਕਿਤੇ ਦਾ ਇੰਟੈਲੀਜੈਂਸ ਇਨਪੁਟ ਵੀ ਹੋਣੀ ਹੈ, ਕਿਤੇ ਨਾ ਕਿਤੇ ਇਹਦਾ ਮਤਲਬ ਵਾਕਈ ਪ੍ਰੀ ਪਲਾਨਡ ਸੀ ਵੀ ਆ ਕੁਛ ਸਾਰਾ ਕੁਝ ਵਾਪਰਨਾ ਹੀ ਸੀਗਾ। ਲੋਕਾਂ ਨੇ ਪਹਿਲਾਂ ਪਲਾਨ ਕੀਤਾ ਹੋਣਾ ਦੰਗਾਈਆਂ ਨੇ, ਕਿਉਂਕਿ ਇਹ ਇਕੱਲੇ ਨੂੰਹ ਦੇ ਨਹੀਂ ਹੈਗੇ, ਬਾਹਰੋਂ ਲੋਕ ਆਣੇ, ਜਿਵੇਂ ਤੁਸੀਂ ਵੀ ਤਸਦੀਕ ਕਰ ਲਿਓ ਬਾਹਰ ਦੇ ਲੋਕ ਨੇ। ਤਾਂ ਬਾਹਰ ਦੇ ਲੋਕ ਕਿਹੜੀ ਮਨਸ਼ਾ ਨਾਲ ਆਏ? ਕੁਛ ਨਾ ਕੁਛ ਤਾਂ ਸ਼ਰਾਰਤੀ ਅੰਸਰ ਸੀ, ਭਾਵੇਂ ਇੱਧਰਲੇ ਪਾਸੇ ਕਹਿ ਦਈਏ ਭਾਵੇਂ ਉੱਧਰਲੇ ਪਾਸੇ ਕਹਿ ਦਈਏ। ਤਾਂ ਕਿਤੇ ਨਾ ਕਿਤੇ ਤਾਂ ਇਹੀ ਹੋਇਆ ਨਾ, ਮਾਹੌਲ ਵਿਗਾੜਨ ਦੀ ਕੋਸ਼ਿਸ਼। ਫਿਰ ਮਾਹੌਲ ਵਿਗਾੜਨ ਦਾ ਮਤਲਬ ਕਿਤੇ ਨਾ ਕਿਤੇ ਕਿਸੇ ਨੂੰ ਕੋਈ ਰਾਜਨੀਤਿਕ ਕੋਈ ਫਾਇਦਾ ਚੱਕਣ ਦੀ ਕੋਸ਼ਿਸ਼ ਲਊਗਾ ਇਸ ਤੋਂ। ਜੀ ਜਿਹੜੇ ਸਟੇਟ ਮਿਨਿਸਟਰ ਹੈ ਇਸ ਟਾਈਮ ਸੈਂਟਰ ਗਵਰਨਮੈਂਟ ਗੁੜਗਾਵਾਂ ਤੋਂ ਉੱਥੋਂ ਦੇ ਮੈਂਬਰ ਪਾਰਲੀਮੈਂਟ ਹੈ ਇਸ ਏਰੀਏ ਦੇ ਰਾਓ ਇੰਦਰਜੀਤ, ਉਹ ਵੀ ਇਹ ਗੱਲ ਕਹਿ ਰਹੇ ਨੇ, ਇਹਨਾਂ ਦੀ ਖੁਦ ਦਾ ਮਿਨਿਸਟਰ ਕਹਿ ਰਹੇ ਹੈ ਕਿ ਪ੍ਰੀ ਪਲਾਨ ਸੀ। ਦੂਜੀ ਗੱਲ ਹੈ ਕਿ ਹੋਮ ਮਿਨਿਸਟਰ ਕਹਿ ਰਿਹਾ ਮੈਨੂੰ ਔਰ ਜਿਹੜੀ ਇੰਟੈਲੀਜੈਂਸ ਹੈ CID ਹੈ ਉਹਦਾ ਜਿਹੜਾ ਚਾਰਜ ਹੈ ਉਹ ਮੁੱਖ ਮੰਤਰੀ ਕੋਲ ਹੈ। ਠੀਕ, ਇੰਟੈਲੀਜੈਂਸ ਕਹਿ ਰਹੀ ਕਿ ਅਸੀਂ ਇਨਫੋਰਮ ਕੀਤਾ ਸੀ। ਜਿਹੜੇ ਵੀਡੀਓ ਵਾਇਰਲ ਹੋ ਰਹੀਆਂ ਨੇ ਜਿਸ ਦੇ ਨਾਲ ਆਪਣਾ ਬੋਲ ਰਹੇ ਹੈ ਜਿਹੜਾ ਉਹ ਮਿਨਿਸਟਰ ਹੈ ਮੋਨੂ ਮਿਨਿਸਟਰ ਹੈ ਕਿ ਮੈਂ ਅਸੀਂ ਆ ਰਹੇ ਹਾਂ ਔਰ ਆਪਣੇ ਬੰਦਿਆਂ ਨੂੰ ਕਹਿੰਦਾ ਸਾਰੇ ਅਸੀਂ ਵੱਧ ਚੜ ਕੇ ਦੇ ਹਿੱਸਾ ਲਓ। ਦੋ ਚੀਜ਼ਾਂ ਮੈਂ ਤੁਹਾਨੂੰ ਕਿਹਾ, ਸਾਨੂੰ ਬੜਾ ਅਜੀਬ ਲੱਗਿਆ, ਅੱਜ ਪਤਾ ਲੱਗਿਆ ਮੈਨੂੰ ਟੋਹਾਣੇ ਸੀ ਮੈਂ ਸ਼ਹਿਰ ਦੱਸਿਆ ਕਿ ਕੁਝ ਲੋਕ ਇੱਥੋਂ ਵੀ ਉੱਥੇ ਸਥਾਨ ਤੇ ਗਏ ਸੀ, ਪਹਿਲਾਂ ਕਦੀ ਨਹੀਂ ਗਏ। ਉਹਨਾਂ ਗੱਲਬਾਤ ਕੀਤੀ, ਤੁਸੀਂ ਕਿਵੇਂ ਗਏ? ਸਾਨੂੰ ਕਹਿੰਦਾ ਕੀ ਪਤਾ, ਸਾਨੂੰ ਇਸ ਵਕਤ ਲੈ ਕੇ ਨਵਾਂ ਜਿਹੜਾ ਬਹੁਤ ਪੁਰਾਣਾ ਹੈ। ਉੱਥੇ ਇਹ ਲੱਗਿਆ ਕਿ ਜਿਵੇਂ ਇਨੋਸੈਂਟ ਲੋਕਾਂ ਨੂੰ ਲੈ ਜਾਇਆ ਜਾਏ ਉੱਥੇ ਪਹਿਲੋਂ, ਔਰ ਕੁਝ ਲੋਕ ਬਾਹਰੋਂ ਜਾ ਕੇ ਦੰਗਾ ਸ਼ੁਰੂ ਕਰੋ, ਦੰਗੇ 'ਚ ਕੁਝ ਲੋਕ ਜਿਹੜੇ ਆਏ ਹੋਣ ਪਾਰਟਿਸਪੈਂਟ ਉਹ ਮਾਰੇ ਜਾਣ। ਉਹ ਮਾਰੇ ਜਾਣ ਤੋਂ ਬਾਅਦ ਜਿਹੜਾ ਲੋਕਾਂ ਦੇ ਵਿੱਚ ਪੀੜਾ ਹੈ ਇਹਨੂੰ ਪੂਰੇ ਸਤਰ ਉੱਤੇ ਨੂੰ ਫੈਲਾਇਆ ਜਾਏ ਤਾਂ ਕਿ ਇਲੈਕਸ਼ਨ 'ਚ ਇਹਨੂੰ ਕੰਮ ਲਿਆ ਜਾ ਸਕੇ। ਨਹੀਂ, ਪਰ ਹਰਪਾਲ ਜੀ ਇੱਥੇ ਇੱਕ ਕੰਟਰਾਡਿਕਟਰੀ ਮੇਰੀ ਸਟੇਟ ਮੈਂ ਜੋ ਮੈਨੂੰ ਇਹ ਲੱਗਦਾ ਸਵਾਲ ਹੈ, ਤੁਸੀਂ ਜੇ ਮੰਨ ਲਓ ਇੱਥੇ ਤੁਸੀਂ ਇਹ ਕਹਿੰਦੇ ਆ ਕਿ ਆਪਾਂ ਕਿ ਸਰਕਾਰ ਜ਼ਿੰਮੇਵਾਰ ਹੈ ਜਾਂ ਸਰਕਾਰ ਦੇ ਸ਼ਹਿ ਤੇ ਸਭ ਚੀਜ਼ਾਂ ਹੋਈਆਂ, ਅੱਜ ਅਗਰ ਦੇਖਿਆ ਜਾਵੇ ਤਾਂ ਸਰਕਾਰ ਸਗੋਂ ਸਵਾਲਾਂ ਦੇ ਘੇਰੇ 'ਚ ਖੜੀ ਹੈ। ਅੱਜ ਜੇ ਆਪਾਂ ਵੀ ਗੱਲ ਕਰ ਰਹੇ ਆਪਾਂ ਸਰਕਾਰ ਦੀ ਨਾਕਾਮੀ ਕਹਿ ਰਹੇ ਆ, ਉੱਥੇ ਕੋਈ ਉਹਦੀ ਪਿੱਠ ਤਾਂ ਨਹੀਂ ਥਪਥਪਾ ਰਹੇ। ਇੱਥੇ ਤੁਹਾਨੂੰ ਕੀ ਲੱਗਦਾ ਹੈ ਵੀ ਇਸ ਨਾਲ ਸਰਕਾਰ ਨੂੰ ਕਿਹੜਾ ਵੋਟ ਬੈਂਕ ਮਿਲਣਾ ਸੀਗਾ? ਸੁਣੋ, ਆਪਾਂ ਕਹਿ ਰਹੇ ਹਾਂ ਨਾ, ਪਰ ਜਿਵੇਂ ਦੱਸਿਆ ਵੀ ਕੱਲ ਪੂਰੇ ਸਟੇਟ ਵਾਈਜ਼ ਉਹਨਾਂ ਨੇ ਡੈਮੋਨਸਟ੍ਰੇਸ਼ਨ ਕੀਤੇ ਨੇ, ਬਜਰੰਗ ਦਲ ਨੇ, ਵਿਸ਼ਵ ਹਿੰਦੂ ਪ੍ਰੀਸ਼ਦ ਨੇ। ਮੈਂ ਕੱਲ ਬੜਾ ਹੈਰਾਨ ਸੀ ਕਿ ਜਿਹੜਾ ਟੋਹਾਣੇ ਪ੍ਰਦਰਸ਼ਨ ਹੋਇਆ ਇੱਥੇ ਉਹਦੇ ਚ ਬੜੇ ਯੰਗ ਬੱਚੇ ਜਿਨ੍ਹਾਂ ਨੂੰ ਕੋਈ ਪਤਾ ਨਹੀਂ, ਵਿਗਿਆਪਨ ਨੂੰ ਵਿਗਿਆਪਨ ਬੋਲ ਰਹੇ ਕਿ ਅਸੀਂ ਸਭ ਨੂੰ ਵਿਗਿਆਪਨ ਦੇਣ ਜਾ ਰਹੇ, ਜਿਹਨੂੰ ਬੱਚੇ ਨੂੰ ਇਹ ਨਹੀਂ ਪਤਾ ਕਿ ਵਿਗਿਆਪਨ ਤੇ ਵਿਗਿਆਪਨ ਚ ਫਰਕ ਕੀ ਹੈ। ਇਹਦਾ ਮਤਲਬ ਹੈ ਕਿ ਉਹਨਾਂ ਨੂੰ ਕਿਸ ਤਰ੍ਹਾਂ ਲਿਆਇਆ ਗਿਆ ਹੈ ਉਸ ਪ੍ਰਦਰਸ਼ਨ ਚ। ਔਰ ਤੁਹਾਨੂੰ ਮੈਂ ਕੀ ਦੱਸਾਂ ਕਿ ਮੇਰੇ ਕੋਲ ਵੀਡੀਓ ਨੇ, ਮੈਂ ਤੁਹਾਨੂੰ ਬਾਅਦ ਚ ਭੇਜ ਸਕਦਾ, ਹੁਣ ਨਹੀਂ ਮੈਂ ਕਿਉਂਕਿ ਮੇਰਾ ਫੋਨ ਚੱਲ ਰਿਹਾ, ਕਿੰਨੀ ਉੱਥੇ ਮੰਦਭਾਗੀ ਭਾਸ਼ਾ ਵਰਤੀ ਗਈ ਹੈ ਜਿਹੜੇ ਘੱਟ ਗਿਣਤੀ ਲੋਕਾਂ ਵਾਸਤੇ। ਮਤਲਬ ਜਦਕਿ ਤੇ ਘੱਟ ਗਿਣਤੀ ਦਾ ਕੋਈ ਸਵਾਲ ਹੈ ਨਹੀਂ ਸ਼ਹਿਰ ਚ, ਇਹਨੂੰ ਸਾਰੇ ਹਰਿਆਣੇ ਚ ਕਰਨ ਦੀ ਕੋਸ਼ਿਸ਼ ਕੀਤੀ। ਇਹ ਗੱਲ ਵੱਖਰੀ ਹੈ, ਲੋਕਾਂ ਦੇ ਤਜਰਬੇ ਹੈ, ਆਪਣੇ ਤਜਰਬੇ ਹੈ, ਪਰ ਐਕਸਪੈਰੀਮੈਂਟ ਕਰਨ ਦੀ ਕੋਸ਼ਿਸ਼ ਤਾਂ ਹੋ ਰਹੀ ਹੈ। ਇਹਨੂੰ ਕੀ ਮੰਨੋਗੇ? ਸਰਕਾਰ ਤਾਂ ਪਹਿਲਾਂ ਵੀ ਫੇਲੀਅਰ ਹੋ ਚੁੱਕੀ ਹੈ, ਇਸ ਵਾਸਤੇ ਫੇਲੀਅਰ ਉਹ ਤਾਂ ਦਾਅ ਖੇਡ ਰਹੀ ਹੈ। ਸਰਕਾਰ ਮੰਨਸੇ ਕਿ ਸਰਕਾਰ ਕੋਲ ਕੋਈ ਵੀ ਆਪਣਾ ਜਿਹੜਾ ਅਗਲੇ ਇਲੈਕਸ਼ਨ ਜਾਣ ਤੋਂ ਪਹਿਲਾਂ ਕੋਈ ਇਹੋ ਜਿਹਾ ਨਹੀਂ ਹੈ ਜਿੱਥੇ ਲੱਖਾਂ ਕਰੋੜਾਂ ਦੇ ਘੁਟਾਲੇ ਹੋਣ, ਜਿੱਥੇ ਪੂਰੀ ਮੰਡੀਆਂ 'ਚ ਐਮਐਲਏ ਵਿਕੇ ਹੋਣ, ਸਰਕਾਰਾਂ ਬਦਲੀ ਗਈਆਂ ਹੋਣ। ਤੁਸੀਂ ਕੀ ਵੋਟ ਮੰਗੋਗੇ ਅੱਜ? ਦੱਸੋ ਨਾ। ਜਿਹੜਾ ਸਵਾਲ ਉਹਦੀ ਡਾਇਵਰਸ਼ਨ ਵਾਸਤੇ ਦੁਬਾਰਾ ਐਕਸਪੈਰੀਮੈਂਟ ਕਰਨਾ ਚਾਹੁੰਦੇ ਨੇ। ਨਹੀਂ, ਪਰ ਹਰਪਾਲ ਜੀ ਇਹ ਗੱਲ ਤਾਂ ਮੰਨਣੀ ਪਏਗੀ ਨਾ। ਤੁਸੀਂ ਦੇਖੋ, ਤੁਸੀਂ ਕਰਨਾਟਕਾ ਦੀ ਉਦਾਹਰਨ ਦਿੱਤੀ। ਕਰਨਾਟਕਾ ਦੇ ਵਿੱਚ ਕੀ ਸੀ, ਇੱਕ ਮੁਸਲਿਮ ਜਿਹੜਾ ਵੋਟਰ ਸੀ ਉਹ ਇਕੱਠਾ ਹੋ ਜਾਂਦਾ ਤੇ ਉਹ ਇਕੱਠਾ ਇੱਕ ਮੁਸ਼ਕ
ਕਾਂਗਰਸ ਨੂੰ ਵੋਟ ਪਾਉਂਦਾ ਜਿਸ ਦਾ ਭਾਜਪਾ ਨੂੰ ਨੁਕਸਾਨ ਹੁੰਦਾ। ਸਗੋਂ ਇੱਥੇ ਜੇ 2024 ਦੀਆਂ ਵੀ ਗੱਲ ਕਰੀਏ, ਇੱਕ ਸਮਝਣ ਵਾਲੀ ਗੱਲ ਹੈ। ਆਮ ਅਗਰ ਆਪਾਂ ਗੱਲ ਕਰੀਏ, ਇਹਦਾ ਮਤਲਬ ਇਹ ਨਹੀਂ ਕਿ ਮੈਂ ਸਰਕਾਰ ਨੂੰ ਡਿਫੈਂਡ ਕਰ ਰਿਹਾ, ਇੱਕ ਇਹ ਕਿ ਵਾਕਈ ਇੱਕ ਜ਼ਿੰਮੇਵਾਰ ਕੌਣ ਹੈ ਕਿ ਅਗਰ ਇਧਰੋਂ ਤਾਂ ਸਰਕਾਰ ਸਗੋਂ ਇਹ ਜ਼ੋਰ ਲਾਏਗੀ ਕਿਉਂਕਿ ਉਹਨੂੰ ਵੋਟ ਚਾਹੀਦੇ ਨੇ, ਉਹ ਘੱਟ ਗਿਣਤੀਆਂ ਵਾਲੇ ਪਾਸੇ ਜ਼ਿਆਦਾ ਜਾਏਗੀ ਕਿ ਉਹਦਾ ਤਾਂ ਮੈਂ ਦਿਲ ਕਿਵੇਂ ਜਿੱਤ ਸਕਾਂ, ਕਿਵੇਂ ਮੈਂ ਮੁਸਲਿਮ ਵੋਟਰ ਨੂੰ ਅਟਰੈਕਟ ਕਰਾਂ, ਕਿਹੜੀਆਂ ਮੈਂ ਚੀਜ਼ਾਂ ਲੈ ਕੇ ਆਵਾਂ। ਚਾਹੇ ਪਿਛਲੀ ਵਾਰ ਦੀ ਤੁਹਾਨੂੰ ਯਾਦ ਹੋਣਾ ਕਿਵੇਂ ਮੋਦੀ ਜੀ ਨੇ ਉਹ 3 ਤਲਾਕ ਤੇ ਉੱਥੇ ਮੁਸਲਿਮ ਭੈਣਾਂ ਨੇ ਬਹੁਤ ਦੱਬ ਕੇ ਵੋਟ ਦਿੱਤਾ ਭਾਜਪਾ ਦਾ, ਉਹ ਬਹੁਤ ਵੱਡਾ ਇੱਕ ਰੀਜ਼ਨ ਵੀ ਰਿਹਾ ਕਿ ਵੋਟਰ ਜਿਹੜਾ ਸ਼ਿਫਟ ਹੋਇਆ। ਤਾਂ ਇੱਕ ਪਾਸੇ ਦਾ ਸਰਕਾਰ ਦਾ ਜ਼ੋਰ ਲੱਗਦਾ ਹੈ ਕਿ ਘੱਟ ਗਿਣਤੀ ਵਾਲਿਆਂ ਦੀ ਫੇਵਰ ਦੀ ਗੱਲ ਕਰੀਏ, ਉਹਨਾਂ ਦੇ ਦਿਲਾਂ ਨੂੰ ਕਿਵੇਂ ਅਸੀਂ ਜਿੱਤ ਸਕੀਏ, ਤੇ ਦੂਜੇ ਪਾਸੇ ਅਗਰ ਇਸ ਘਟਨਾ ਨੂੰ ਮੈਂ ਇਹ ਜੋੜ ਕੇ ਦੇਖਾਂ ਕਿ ਨਹੀਂ ਸਰਕਾਰ ਦੀ ਮਨਸ਼ਾ ਹੋ ਸਕਦੀ ਹੈ, ਇਹ ਨਹੀਂ ਸਮਝ ਆ ਰਿਹਾ ਵੀ ਉਹ ਕੈਸ਼ ਕਿਵੇਂ ਕਰਾ ਸਕਦੀ ਹੈ। ਇੱਥੇ ਨਾਲ ਤਾਂ ਸਗੋਂ ਹੋਰ ਟੁੱਟਣਗੇ ਵੋਟ ਜੀ। ਦੇਖੋ ਹਰਿਆਣੇ 'ਚ ਮੈਂ ਦੱਸਿਆ ਕਿ ਇੱਕ ਇਹ ਵਿਵਾਦ ਦਾ ਇਲਾਕਾ ਹੈ ਜਿੱਥੇ ਜਿਹੜੇ ਮੁਸਲਮਾਨ ਜਾਂ ਘੱਟ ਗਿਣਤੀ ਬਹੁ ਗਿਣਤੀ 'ਚ ਨੇ। ਇਸ ਪੂਰੇ ਡਿਸਟ੍ਰਿਕਟ 11 ਲੱਖ ਦੀ ਮੈਂ ਤੁਹਾਨੂੰ ਦੱਸਿਆ ਆਬਾਦੀ ਹੈ, ਉਹਦੇ ਚੋਂ ਇਸ ਏਰੀਆ 'ਚ 7.5 ਲੱਖ ਜਿਹੜੇ ਹੈ ਮਾਈਨੋਰਟੀ ਵਾਲੇ, ਜਿਹੜੇ ਉੱਤੇ ਮੈਜੋਰਟੀ 'ਚ ਨੇ 3.5। ਇਸ ਤੋਂ ਬਾਅਦ ਤਾਂ ਬਹੁਤ ਘੱਟ ਨੇ ਨਾ ਇਹਨਾਂ ਦੀ ਤਾਦਾਦ, ਡਿਸਿਸਿਵ ਨਹੀਂ ਹੈ ਕਿਤੇ ਵੀ। ਕੋਈ ਥੋੜਾ ਜਿਹਾ ਜਮਨਾਨਗਰ ਦੇ ਏਰੀਆ 'ਚ ਜਗਾਦਰੀ ਸਾਈਡ ਤੇ ਹੈ। ਤੇ ਇਹ ਸੀ ਅੱਜ ਦਾ ਨਜ਼ਰੀਆ। ਕੱਲ ਫਿਰ ਮਿਲਾਂਗੇ ਕਿਸੇ ਹੋਰ ਖਬਰ ਤੇ ਨਜ਼ਰ ਰੱਖ ਕੇ ਨਜ਼ਰੀਆ ਪਿਉਣ ਦਾ ਵਿੱਚ। ਤਦ ਤੱਕ ਦੋ ਮੈਨੂੰ ਇਜਾਜ਼ਤ। ਸਤਿ ਸ਼੍ਰੀ ਅਕਾਲ।